आप लेहो तुम कथा सुधारी। सतनाम श्री वाहिगुरु साहिब जी दोहरा। श्री हर कृष्ण प्रताप बड़ सजास सनह नित कान। तीर महागंभीर है करामात महियान। वाहिगुरु जी का खालसा वाहिगुरु जी की फतेह। परम सन्मान जो गुरु की साजी नवाजी गुरु खालसा साध संगत जी सतगुਰਾਂ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਸੰਧਿਆ ਦੇ ਦੀਵਾਨ ਸਜੇ ਨੇ। ਸਜੇ ਦੀਵਾਨਾਂ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੋਦਾ ਰਹਿਰਾਸ ਸਾਹਿਬ ਦੇ ਪਾਠ ਆਰਤੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਤਿਗੁਰੂ ਮਹਾਰਾਜ ਸਾਹਿਬ ਜੀ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜੀਏ। ਆਪਾਂ ਕਥਾ ਸਰਵਣ ਕਰ ਚੁੱਕੇ ਹਾਂ ਕਿ 7ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ। ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੇ ਜੋ ਗੁਰਬਾਣੀ ਦੀ ਪੰਕਤੀ ਤਰੋੜ ਮਰੋੜ ਕੇ ਪੇਸ਼ ਕੀਤੀ ਸੀ, ਇਸ ਕਰਕੇ ਉਹਨਾਂ ਨੂੰ ਗੁਰੂ ਘਰ ਵਿੱਚੋਂ ਬੇਦਖਲ ਕਰ ਦਿੱਤਾ ਗਿਆ। ਛੋਟੇ ਸਾਹਿਬਜ਼ਾਦੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਵਿਰਾਜਮਾਨ ਕਰਾਇਆ ਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੀ ਮਹਿਮਾ ਸਾਰੇ ਸੰਸਾਰ ਵਿੱਚ ਪਸਰ ਗਈ। ਲੱਖਾਂ ਸੰਗਤਾਂ ਆ ਕੇ ਕੀਰਤਪੁਰ ਸਾਹਿਬ ਦਰਸ਼ਨ ਕਰਦੀਆਂ, ਪਰ ਬਾਬਾ ਰਾਮ ਰਾਏ ਇਸ ਗੱਲ ਨੂੰ ਬੜਾ ਹੋਰ ਤਰ੍ਹਾਂ ਵੇਖਦੇ ਹਨ। ਉਹ ਈਰਖਾ ਕਰਦੇ ਹਨ, ਉਹ ਸਾੜਾ ਕਰਦੇ ਹਨ ਤੇ ਆਪਣੀ ਉਹਨਾਂ ਨੇ ਵੀ ਚੰਗੀ ਪੋਜੀਸ਼ਨ ਦਿੱਲੀ 'ਚ ਕਾਇਮ ਕੀਤੀ ਹੋਈ ਸੀ। ਲੱਖਾਂ ਸੰਗਤਾਂ ਉਹਨਾਂ ਨੂੰ ਵੀ ਮੱਥਾ ਟੇਕਦੀਆਂ ਸਨ, ਪਰ ਅੰਦਰੋਂ ਜਿਹੜੀ ਉਹਨਾਂ ਦੇ ਈਰਖਾ ਲਾਲਸਾ ਤ੍ਰਿਸ਼ਨਾ ਉਹ ਗਈ ਨਹੀਂ। ਉਹਨਾਂ ਦੇ ਮਨ ਵਿੱਚ ਇਹ ਸੀ ਵੀ ਜਿਹੜੀ ਪਿਤਾ ਜੀ ਦੀ ਗੱਦੀ ਉਹ ਮੈਨੂੰ ਮਿਲਣੀ ਚਾਹੀਦੀ ਸੀ। ਮੈਂ ਭਾਵੇਂ ਅੱਜ ਗੁਰੂ ਬਣਿਆ ਬੈਠਾ ਹਾਂ, ਪਰ ਫਿਰ ਵੀ ਜਿਹੜੀ ਗੁਰੂ ਘਰ ਵੱਲੋਂ ਮਾਨਤਾ ਮੈਨੂੰ ਨਹੀਂ ਮਿਲੀ, ਉਹਦੇ ਕਰਕੇ ਸੰਗਤਾਂ ਵਿੱਚ ਸ਼ੰਕਾ ਹੈ। ਇਸ ਤਰ੍ਹਾਂ ਇਹ ਝੂਰਾ ਆਪਣੇ ਮਨ ਵਿੱਚ ਬਾਬਾ ਰਾਮ ਰਾਏ ਜੀ ਕਰਦੇ ਹੈ ਤੇ ਮਸੰਦਾਂ ਨੂੰ ਬਹੁਤ ਜ਼ਿਆਦਾ ਭੂਏ ਚੜ੍ਹਾ ਦਿੱਤਾ ਰਾਮ ਰਾਏ ਨੇ। ਮਸੰਦਾਂ ਨੇ ਜੋ ਕੁਝ ਕੀਤਾ ਉਹ ਵੀ ਆਪਾਂ ਕੱਲ ਕਥਾ 'ਚ ਸੁਣਿਆ ਹੈ ਤੇ ਬਾਬਾ ਰਾਮ ਰਾਏ ਜੀ ਅਜੇ ਵੀ ਉਸੇ ਈਰਖਾ ਦੀ ਅੱਗ 'ਚ ਸੜਦੇ ਹੈ। ਆਓ ਇਹ ਕਥਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਸੁਰਤੀ ਜੋੜ ਕੇ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। श्री हर कृष्ण प्रताप बड़। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਜੀ ਦਾ ਬੜਾ ਪ੍ਰਤਾਪ ਹੈ। सजास सनह नित कान। ਸਾਰੀ ਦੁਨੀਆ ਉਹਨਾਂ ਦੀ ਮਹਿਮਾ ਸੁਣ ਰਹੀ ਹੈ, ਕਰ ਰਹੀ ਹੈ, ਜੈ ਜੈਕਾਰ ਹੋ ਰਹੀ ਹੈ, ਕਿਉਂਕਿ ਗੁਰੂ ਨਾਨਕ ਦੀ ਜੋਤ 8ਵੇਂ ਪਾਤਸ਼ਾਹ ਵਿੱਚ ਬਿਰਾਜਮਾਨ ਹੋਈ ਹੈ ਤੇ ਇਹ ਗੱਲ ਸਾਰੇ ਸੰਸਾਰ ਦੇ ਵਿੱਚ ਪਸਰੀ ਹੋਈ ਹੈ। ਬਾਬਾ ਰਾਮ ਰਾਏ ਜੀ ਰੋਜ਼ ਸੁਣਦੇ ਹਨ। ਧੀਰ ਮਹਾਗੰਭੀਰ ਹੈ ਕਿ ਇਹ ਵੀ ਲੋਕ ਕਹਿੰਦੇ ਹਨ ਵੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਭਾਵੇਂ ਬਾਲ ਅਵਸਥਾ ਹੈ, 5.5 ਸਾਲ ਦੀ ਉਮਰ ਹੈ, ਪਰ ਹਿਰਦਾ ਬੜਾ ਗੰਭੀਰ ਹੈ। ਇੰਨੀ ਛੋਟੀ ਉਮਰ ਵਿੱਚ ਵੀ ਉਹਨਾਂ ਦੇ ਚਿਹਰੇ ਤੇ ਉਹੀ ਜੋਤ ਹੈ ਜਿਹੜੀ ਪਹਿਲੇ ਪਾਤਸ਼ਾਹਾਂ ਵਿੱਚ ਨਜ਼ਰ ਆਉਂਦੀ ਸੀ। ਬਹੁਤ ਧੀਰਜਵਾਨ, ਬਹੁਤ ਗੈਰ ਗੰਭੀਰ ਬਿਰਤੀ ਦੇ ਮਾਲਕ ਹਨ। ਕਰਾਮਾਤ ਮਹੀਆਨ। ਤੇ ਕਰਾਮਾਤ ਦੇ ਵੀ ਖਜ਼ਾਨੇ ਭਰੇ ਪਏ ਨੇ, ਕਿਉਂਕਿ ਗੁਰੂ ਨਾਨਕ ਦੀ ਕਲਾ ਤਾਂ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ ਨਾ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਬੇਅੰਤ ਵਡਿਆਈਆਂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ 8ਵੇਂ ਪਾਤਸ਼ਾਹ ਵਿੱਚ ਨਜ਼ਰ ਆਉਂਦੀਆਂ ਹਨ। ਜੋ ਪਈ ਅਨੇਕ ਸੰਗਤਾਂ ਨਿਤ ਪ੍ਰਤ ਆਵੈ। ਹਰ ਰੋਜ਼ ਹਜ਼ਾਰਾਂ ਸੰਗਤਾਂ ਬੇਅੰਤ ਸੰਗਤਾਂ ਚੱਲ ਕੇ ਆਉਂਦੀਆਂ ਹਨ। ਅਰਪ ਉਪਾਇਨ ਦਰਸ਼ਨ ਪਾਵੈ। ਮਹਾਰਾਜ ਦੇ ਚਰਨਾਂ ਵਿੱਚ ਪ੍ਰੇਮ ਭੇਟਾ ਅਰਪਣ ਕਰਦੀਆਂ ਹਨ ਤੇ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ। ਪੂਰ ਕਾਮਨਾ ਸਿੱਖ ਅਨੇਕੂ। ਔਰ ਜਿਹੜਾ ਸਿੱਖ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਆ ਕੇ ਆਪਣਾ ਮੱਥਾ ਟਿਕਾ ਦਿੰਦਾ ਹੈ, ਉਹਦੇ ਮੱਥੇ ਦੇ ਲੇਖ ਬਦਲ ਜਾਂਦੇ ਹਨ, ਉਹਦੀਆਂ ਮਨੋਕਾਮਨਾ ਪੂਰਨ ਹੋ ਜਾਂਦੀਆਂ ਹਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ।
ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਕੇਤਕ ਪਾਵਤ ਦਾਤ ਬਿਬੇਕੂ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਜਿੱਦਾਂ ਜਿੱਦਾਂ ਦੀ ਕੋਈ ਭਾਵਨਾ ਲੈ ਕੇ ਆਉਂਦਾ ਹੈ, ਜੋ ਜੋ ਮੰਗਦਾ ਉਹ ਮਿਲਦਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਕੋਈ ਦੁੱਧ ਮੰਗਦਾ ਦੁੱਧ ਮਿਲਦਾ, ਪੁੱਤ ਮੰਗਦਾ ਪੁੱਤ ਮਿਲਦਾ, ਜੇ ਕੋਈ ਭਗਤੀ ਮੰਗਦਾ ਉਹਨੂੰ ਭਗਤੀ ਮਿਲਦੀ ਹੈ, ਜਿਹੜਾ ਬ੍ਰਹਮ ਗਿਆਨ ਮੰਗਦਾ ਉਹਨੂੰ ਬ੍ਰਹਮ ਗਿਆਨ ਮਿਲਦਾ ਹੈ। ਕੀਰਤ ਪਸਰੀ ਪੁਰ ਪੁਰ ਘਰ ਘਰ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਡਿਆਈ ਸੋਭਾ ਮਹਿਮਾ ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਸਾਰੀ ਦੁਨੀਆ ਦੇ ਵਿੱਚ ਪਸਰ ਗਈ ਹੈ। ਘਰ ਘਰ ਦੇ ਵਿੱਚ, ਪਿੰਡ ਪਿੰਡ ਦੇ ਵਿੱਚ, ਹਰ ਸ਼ਹਿਰ ਹਰ ਨਗਰ ਵਿੱਚ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਜਿੱਥੇ ਗੁਰੂ ਦੀ ਜੋਤ ਟਿਕਣੀ ਹੈ ਉਹਦੀ ਮਹਿਮਾ ਤਾਂ ਫਿਰ ਹੋਣੀ ਹੈ। ਸਾਰੇ ਪਾਸੇ ਸਤਿਗੁਰਾਂ ਦੀ 8ਵੇਂ ਪਾਤਸ਼ਾਹ ਦੀ ਜੈ ਜੈਕਾਰ ਹੋ ਰਹੀ ਹੈ। ਸੰਕਟ ਪਰ ਹਰ ਦਰਸ਼ਨ ਕਰ ਕਰ। ਜਿਹੜਾ ਮਹਾਰਾਜ 8ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਹੈ ਉਹਦੇ ਸਾਰੇ ਸੰਕਟ ਦੁੱਖ ਕੱਟੇ ਜਾਂਦੇ ਹਨ। ਆਨ ਆਨ ਗੁਣ ਅਦਿਕ ਸੁਨਾਵੈ। ਆ ਕੇ ਗੁਰੂ ਮਹਾਰਾਜ ਦੇ ਗੁਣ ਗਾਉਂਦੀਆਂ ਸੰਗਤਾਂ, ਕੀਰਤਨ ਕਰਦੀਆਂ ਤੇ ਬਾਬੇ ਰਾਮ ਰਾਏ ਨੂੰ ਵੀ ਆ ਕੇ ਦੱਸਦੀਆਂ। ਜਿਹੜੇ ਬਾਬੇ ਰਾਮ ਰਾਏ ਦੇ ਪ੍ਰੇਮੀ ਬਾਬੇ ਰਾਮ ਰਾਏ ਨੂੰ ਆ ਕੇ ਦੱਸਦੇ ਨੇ, ਉਹਨਾਂ ਨੂੰ ਸੁਣ ਕੇ ਬਾਬਾ ਰਾਮ ਰਾਏ ਜੀ ਖੁਸ਼ ਹੋਣ ਦੀ ਥਾਂ ਤੇ ਅੰਦਰੋਂ ਅੰਦਰੀ ਸੜਦੇ ਰਹਿੰਦੇ ਨੇ। ਸੁਣ ਸੁਣ ਰਾਮ ਰਾਏ ਦੁਖ ਪਾਵੈ। ਸੁਣ ਸੁਣ ਕੇ ਬਾਬਾ ਰਾਮ ਰਾਏ ਜੀ ਦੁਖੀ ਹੁੰਦੇ ਨੇ। ਜਰੀ ਨਾ ਜਾਏ ਅਨੁਜ ਵਡਿਆਈ। ਆਪਣੇ ਛੋਟੇ ਭਰਾ ਦੀ ਵਡਿਆਈ ਬਾਬਾ ਰਾਮ ਰਾਏ ਜੀ ਕੋਲੋਂ ਜਰੀ ਨਹੀਂ ਜਾਂਦੀ। ਦੇਖੋ ਸਾਧ ਸੰਗਤ ਜੀ, ਈਰਖਾ ਦੀ ਜੜ ਕਿੰਨੀ ਡੂੰਘੀ ਹੈ। ਐਡੇ ਮਹਾਂਪੁਰਸ਼ਾਂ ਦੇ ਵਿੱਚੋਂ ਨਹੀਂ ਜਾਂਦੀ। ਗੁਰੂ ਸਾਹਿਬ ਦੇ ਪੁੱਤਰ ਸਨ ਮਹਾਰਾਜ 7ਵੇਂ ਪਾਤਸ਼ਾਹ ਦੇ, ਕਰਾਮਾਤਾਂ ਦੇ ਭੰਡਾਰ, ਗੁਰਬਾਣੀ ਦੇ ਗਿਆਤਾ, ਹਰ ਤਰ੍ਹਾਂ ਦੇ ਨਾਲ ਮਹਾਂਪੁਰਸ਼ ਬਾਬਾ ਰਾਮ ਰਾਏ ਜੀ, ਪਰ ਈਰਖਾ ਦੀ ਅੱਗ ਚੋਂ ਨਿਕਲ ਨਹੀਂ ਸਕੇ। ਆਪਣੇ ਛੋਟੇ ਭਰਾ ਦੀ ਮਹਿਮਾ ਦੇਖ ਦੇਖ ਕੇ ਜਲਸ ਕਰਦੇ ਆ, ਈਰਖਾ ਕਰਦੇ ਆ। ਹਾਂਜੀ, ਚਿਤਵਤ ਚਿਤ ਮਹਿ ਅਤ ਤਪਤਾਈ। ਮਨ ਵਿੱਚ ਬੜੀ ਭਾਰੀ ਈਰਖਾ, ਬੜੀ ਭਾਰੀ ਦਵੈਸ਼ ਚਿਤਵਦੇ ਰਹਿੰਦੇ ਆ ਬਾਬਾ ਰਾਮ ਰਾਏ ਜੀ। ਜਿਉਂ ਜਿਉਂ ਗੁਣ ਗਨ ਸੁਨ ਹੈ ਕਾਨ। ਜਿਉਂ ਜਿਉਂ ਮਹਾਰਾਜ ਦੇ ਗੁਣ ਸੁਣਦੇ ਆ, ਕੰਨਾਂ ਦੇ ਵਿੱਚ ਗੁਰੂ ਦੀ ਵਡਿਆਈ ਸੁਣਦੇ ਆ, ਤਿਉਂ ਤਿਉਂ ਸ਼ੋਭਰ ਦੇ ਬਹੁਠਾਨ। ਉਹਨਾਂ ਹੀ ਮਨ ਨੂੰ ਦੁੱਖ ਲੱਗਦਾ, ਉਹਨਾਂ ਹੀ ਸ਼ੋਕ ਹੁੰਦਾ ਹੈ। ਬਸ ਨ ਬਸਾਵਹਿ ਚਿਤ ਵਹਿ ਜਤਨਾ। ਪਰ ਗੁਰੂ ਸਾਹਿਬ ਦੇ ਨਾਲ ਵਸ ਨਹੀਂ ਚੱਲਦਾ, ਕਿਉਂਕਿ ਸੂਰਜ ਦੇ ਨਾਲ ਮੱਥਾ ਲਾ ਕੇ ਸਾਧ ਸੰਗਤ ਜੀ ਹਨੇਰਾ ਜਿੱਤਦਾ ਨਹੀਂ ਨਾ ਸਕਦਾ। ਉਹਦਾ ਹਨੇਰਾ ਸੂਰਜ ਨੂੰ ਬੜੀਆਂ ਗਾਲਾਂ ਕੱਢਦਾ। ਕਾਲਪੁਰਖ ਕੋਲ ਇੱਕ ਵਾਰੀ ਹਨੇਰੇ ਨੇ ਸ਼ਿਕਾਇਤ ਕੀਤੀ ਕਿ ਪਰਮੇਸ਼ਰ, ਇਹ ਜਿਹੜਾ ਸੂਰਜ ਹੈ ਨਾ, ਇਹ ਮੇਰੇ ਮਗਰ ਪਿਆ ਰਹਿੰਦਾ, ਮੈਨੂੰ ਬੜਾ ਤੰਗ ਕਰਦਾ। ਪਰਮੇਸ਼ਰ ਨੇ ਸੂਰਜ ਨੂੰ ਬੁਲਾ ਲਿਆ, ਕਹਿਣ ਲੱਗੇ ਵੀ ਤੂੰ ਹਨੇਰੇ ਨੂੰ ਕਿਉਂ ਤੰਗ ਕਰਦਾ, ਉਹ ਬੜਾ ਦੁਖੀ ਹੈ ਤੇਰੇ ਤੋਂ, ਸ਼ਿਕਾਇਤ ਕਰਦਾ। ਸੂਰਜ ਕਹਿੰਦਾ, ਮਹਾਰਾਜ ਉਹਨੂੰ ਬੁਲਾਓ ਜਰਾ। ਉਹਨੂੰ ਆਵਾਜ਼ ਮਾਰੀ, ਉਹ ਕਿੱਥੇ ਆਵੇ, ਸੂਰਜ ਦੇ ਸਾਹਮਣੇ ਆ ਹੀ ਨਹੀਂ ਸਕਦਾ ਹਨੇਰਾ। ਸੋ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸੂਰਜ ਹਨ ਤੇ ਬਾਬਾ ਰਾਮ ਰਾਏ ਜੀ ਉਹਨਾਂ ਦੇ ਸਾਹਮਣੇ ਹਨੇਰਾ ਹੀ ਹਨ, ਤੇ ਮਨ ਵਿੱਚ ਸੜਦੇ ਰਹਿੰਦੇ ਹਨ। ਕਿਮ ਪ੍ਰਾਪਤ ਹੈ ਗੁਰਤਾ ਰਤਨਾ। ਇਹੀ ਗੱਲ ਮਨ ਵਿੱਚ ਸੋਚਦੇ, ਗੁਰਿਆਈ ਮੈਨੂੰ ਕਿਵੇਂ ਮਿਲੇਗੀ, ਮੈਂ ਕਿਸ ਤਰ੍ਹਾਂ ਗੁਰੂ ਬਣਾਂਗਾ। ਸਿੱਖ ਮਸੰਦ ਮੇਵੜੇ ਬ੍ਰਿੰਦ। ਜਿਹੜੇ ਸਿੱਖ ਮਸੰਦ ਮੇਵੜੇ ਅਰਦਾਸੀਏ ਹਨ, ਸਭ ਮਹਿ ਬੈਠਾ ਚਿੰਤ ਬਿਲੰਦ। ਬਾਬਾ ਰਾਮ ਰਾਏ ਜੀ ਉਹਨਾਂ ਦੇ ਵਿੱਚ ਬੈਠਦੇ ਹਨ, ਕਿਉਂਕਿ ਬਾਬਾ ਰਾਮ ਰਾਏ ਦੀ ਗੱਦੀ ਵੀ ਬਹੁਤ ਵੱਡੀ ਬਣ ਚੁੱਕੀ ਸੀ ਦਿੱਲੀ ਦੇ ਵਿੱਚ। ਜਿੱਥੇ ਅੱਜ ਕੱਲ ਗੁਰਦੁਆਰਾ ਹੈ ਨਾ ਮਜਨੂ ਦਾ ਟਿੱਲਾ, ਇੱਥੇ ਬਾਬੇ ਰਾਮ ਰਾਏ ਦਾ ਕਬਜ਼ਾ ਸੀ, ਡੇਰਾ ਲਾਇਆ ਸੀ ਬਾਬਾ ਜੀ ਨੇ। ਪਹਿਲਾਂ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ, ਫਿਰ ਇੱਥੇ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਨੂੰ ਗਏ, ਉਦੋਂ ਮਜਨੂ ਦੇ ਟਿੱਲੇ ਪੜਾਂ ਕੀਤਾ, ਤੇ ਫਿਰ ਬਾਬਾ ਰਾਮ ਰਾਏ ਜੀ ਉੱਥੇ ਗਏ। तो बाबा राम राय जी कोल हुण बड़ी वड्डी संगत है, बड़े वड्डे मसंद हन मुखीए। उन्हां दे विच बह के बाबा राम राय सोचां सोचदा रहिंदा है। हृदय विखे जिम गिनती गिनत। जो मन विच सोचदा है वो अपने खास बंदियां नाल, मुसाहिबां नाल, अपने सेवादारां नाल विचारदा भी है। मुखियन साथ बाक कह बनत। अपने मुखी सिखां नूं कहंदा है। करत प्रतीखन मैं नित रहयो। ਕਹਿਣ ਲੱਗਾ, ਦੇਖੋ ਭਾਈ ਗੁਰਦਾਸ ਜੀ, ਭਾਈ ਤਾਰਾ ਚੰਦ ਜੀ, ਤੁਸੀਂ ਸਿਆਣੇ ਹੋ,
ਮੈਂ ਤਾਂ ਉਡੀਕਦਾ ਰਿਹਾ ਵੀ ਗੱਦੀ ਮੈਨੂੰ ਮਿਲੇਗੀ, ਬਿਨ ਅਧਿਕਾਰ ਅਨੁਜ ਪਦ ਲਹਿਓ। ਪਰ ਛੋਟੇ ਨੂੰ ਮਿਲ ਗਈ। ਹਾਲਾਂਕਿ ਹੱਕ ਮੇਰਾ ਸੀ, ਅਧਿਕਾਰ ਮੇਰਾ ਸੀ, ਤੇ ਛੋਟਾ ਦਾ ਕੋਈ ਹੱਕ ਬਣਦਾ ਹੀ ਨਹੀਂ ਸੀ। ਉਹ ਗੁਰਤਾ ਗੱਦੀ ਦਾ ਮਾਲਕ ਬਣ ਗਿਆ ਹੈ। ਦਿੱਲੀ ਪੁਰ ਆਵਨ ਟਿਕ ਸ਼ਾਹੂ। ਕਹਿੰਦੇ ਦਿੱਲੀ ਦੇ ਵਿੱਚ ਬਾਦਸ਼ਾਹ ਦੇ ਕੋਲ ਆ ਕੇ ਮੈਂ ਮੋਰਚਾ ਫਤਿਹ ਕੀਤਾ, ਹੋਰ ਤਾਂ ਨਹੀਂ ਨਾ ਕੋਈ ਕਰ ਸਕਿਆ। ਬਾਦਸ਼ਾਹ ਦੇ ਕੋਲ ਆਉਣਾ ਕੋਈ ਸੌਖਾ ਕੰਮ ਸੀ? ਕੋਈ ਨਹੀਂ ਸੀ ਆ ਸਕਦਾ ਇੱਥੇ ਦਿੱਲੀ ਦੇ ਵਿੱਚ। ਨਹਿਕਨ ਕੀਨਸ ਤਬ ਉਤਸਾਹੂ। ਉਦੋਂ ਕਿਸੇ ਨੇ ਹੌਸਲਾ ਨਹੀਂ ਕੀਤਾ ਜਦੋਂ ਬਾਦਸ਼ਾਹ ਨੇ ਦਿੱਲੀ ਬੁਲਾਇਆ ਸੀ ਵੀ ਗੁਰੂ ਹਰਿਰਾਏ ਸਾਹਿਬ ਦਿੱਲੀ ਆ ਕੇ ਦਰਸ਼ਨ ਦੇਣ, ਤੇ ਮਹਾਰਾਜ ਕਹਿੰਦੇ ਅਸੀਂ ਉਹਦੇ ਮੱਥੇ ਨਹੀਂ ਲੱਗਦੇ, ਪਾਪੀ ਦੇ ਔਰੰਗਜ਼ੇਬ ਦੇ, ਤੇ ਫਿਰ ਮੈਨੂੰ ਭੇਜਿਆ ਸੀ। ਸਭ ਤੇ ਅਗਰ ਕੀਏ ਮੁਝ ਭੇਜਾ। ਸਾਰੇ ਉਸ ਵੇਲੇ ਬੇਦੀ ਵੀ ਬੁਲਾਏ ਸੀ, ਸੋਢੀ ਵੀ ਬੁਲਾਏ ਸੀ, ਤਰੇਣ ਤੇ ਭੱਲੇ ਵੀ ਸੱਦੇ ਸੀ ਵੀ ਕੋਈ ਜਾਏਗਾ ਦਿੱਲੀ। ਉਦੋਂ ਬੜੇ ਬੜੇ ਮਹਾਂਪੁਰਸ਼ ਕਹਿਣ ਕੁਹਾਣ ਵਾਲੇ ਚੁੱਪ ਕਰ ਗਏ ਸੀਗੇ ਵੀ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ 'ਚ ਕੌਣ ਜਾਵੇ। ਫਿਰ ਮੇਰੇ ਵੱਲ ਨਿਗਾਹ ਕੀਤੀ ਸੀ ਤੇ ਮੈਨੂੰ ਭੇਜਿਆ ਸੀ ਪਿਤਾ ਜੀ ਨੇ। ਨਾਮ ਸੁਨੇ ਜਿਸ ਧਰਕ ਕਰੇਜਾ। ਕਿਉਂਕਿ ਔਰੰਗਜ਼ੇਬ ਦਾ ਤੇ ਨਾਂ ਸੁਣ ਕੇ ਸਾਰਿਆਂ ਦੇ ਕਾਲਜੇ ਕੰਬ ਗਏ ਸੀਗੇ, ਡਰਦੇ ਸੀ ਸਾਰੇ ਹੀ, ਬੇਦੀ ਵੀ, ਸੋਢੀ ਵੀ, ਤਰੇਣ ਵੀ, ਭੱਲੇ ਵੀ। ਗੁਰੂ ਘਰ ਦੇ ਵੱਡੇ ਵੱਡੇ ਮੁਖੀਏ ਮਸੰਦ ਡਰ ਗਏ ਸਨ ਵੀ ਔਰੰਗਜ਼ੇਬ ਦੀ ਕਚਹਿਰੀ 'ਚ ਗੱਲਬਾਤ ਕੌਣ ਕਰੇਗਾ। ਮੈਂ ਆਪਣੀ ਬੁੱਧ ਕੋ ਬਲ ਕਰਕੇ। ਮੈਂ ਆਪਣੀ ਬੁੱਧੀ ਦਾ ਬਲ ਕਰਕੇ, ਆਪਣੀ ਸ਼ਕਤੀ ਦੇ ਨਾਲ, ਅਜ਼ਮਤ ਅਨੇਕ ਪ੍ਰਕਾਰ ਦਿਖਰ ਕੇ। ਅਨੇਕਾਂ ਪ੍ਰਕਾਰ ਦੇ ਨਾਲ ਮੈਂ ਆਪਣੀਆਂ ਕਰਾਮਾਤਾਂ ਦਿਖਾਈਆਂ, ਆਪਣੀਆਂ ਸ਼ਕਤੀਆਂ ਦਿਖਾਈਆਂ। ਕਹਿਬੇ ਸੁਨਬੇ ਕੀ ਚਤੁਰਾਈ। ਮੈਂ ਬਾਦਸ਼ਾਹ ਦੇ ਨਾਲ ਗੱਲਬਾਤ ਕਰਨੀ, ਕਹਿਣਾ ਸੁਣਨਾ, ਇਹ ਬੜਾ ਚਲਾਕੀ ਚਤੁਰਾਈ ਦਾ ਕੰਮ ਸੀ। ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਕਿਸੇ ਬੰਦੇ ਦੀ ਇੰਨੀ ਜੁਰਤ ਨਹੀਂ ਕਿ ਕੁਸਕ ਵੀ ਜਾਵੇ। ਔਰੰਗਜ਼ੇਬ ਨੇ ਬੜੇ ਬੜੇ ਮੁਸਲਮਾਨ ਪੀਰ ਫਕੀਰ ਵੀ ਕਤਲ ਕਰਤੇ, ਹਿੰਦੂ ਵੀ ਕਰਤੇ। ਕਹਿੰਦਾ ਸੀ ਕਰਾਮਾਤ ਦਿਖਾਓ ਨਹੀਂ ਤੇ ਮੁਸਲਮਾਨ ਬਣੋ। ਕਰਾਮਾਤ ਹੁਣ ਹਰ ਕੋਈ ਦਿਖਾ ਨਹੀਂ ਸਕਦਾ, ਤੇ ਕਈ ਡਰਦੇ ਮਾਰੇ ਮੁਸਲਮਾਨ ਬਣ ਗਏ ਤੇ ਕਈ ਧਰਮੀ ਬੰਦੇ ਕਤਲ ਕਰ ਦਿੱਤੇ ਗਏ। ਪਰ ਮੈਂ ਤੇ ਆਪਣੀ ਕਰਾਮਾਤ ਦੇ ਨਾਲ, ਆਪਣੀ ਸ਼ਕਤੀ ਦੇ ਨਾਲ ਦਿੱਲੀ ਦਰਬਾਰ ਵਿੱਚ ਔਰੰਗੇ ਨੂੰ ਕਾਬੂ ਕੀਤਾ ਹੋਇਆ ਹੈ। ਕਰੀ ਬਹੁਤ ਮਿਲ ਤੁਰਕਨ ਰਾਈ। ਮੈਂ ਤੁਰਕਾਂ ਦੇ ਬਾਦਸ਼ਾਹ ਨਾਲ ਮਿਲ ਕੇ, ਔਰੰਗਜ਼ੇਬ ਨਾਲ ਮਿਲ ਕੇ, ਉਹਦੇ ਨਾਲ ਗੱਲ ਬਣਾ ਕੇ ਸਾਰੇ ਮਸਲੇ ਠੀਕ ਕੀਤੇ ਹਨ। ਜੇ ਮੈਂ ਬਾਦਸ਼ਾਹ ਦੇ ਨਾਲ ਨਾ ਬਣਾਉਂਦਾ ਤੇ ਬਾਦਸ਼ਾਹ ਨੇ ਗੁਰੂ ਹਰਿਰਾਏ ਸਾਹਿਬ ਨੂੰ ਫਿਰ ਬੁਲਾ ਲੈਣਾ ਸੀ ਦਿੱਲੀ। ਫਿਰ ਕੀ ਕਰ ਲੈਣਾ ਸੀ? ਬਾਦਸ਼ਾਹ ਸਾਹਮਣੇ ਕੋਈ ਜ਼ੋਰ ਚੱਲਣਾ ਸੀ? ਹਾਂਜੀ। ਜਹਬਾਤੀ ਸਮਦਾਏ ਸਦੀਵਾ। ਹਾਂ, ਇਹੋ ਜੀਆਂ ਗੱਲਾਂ ਬਾਬਾ ਰਾਮ ਰਾਏ ਜੀ ਹਮੇਸ਼ਾ ਹੀ ਕਰਦੇ ਰਹਿੰਦੇ ਹਨ। ਸਭ ਹਨ ਕਹੋ ਹੰਕਾਰ ਕਰਨੀਵਾ। ਤੇ ਕਹਿੰਦੇ ਵੀ ਹੰਕਾਰ ਦੇ ਨਾਲ ਮੈਂ ਇਹਨਾਂ ਦਾ ਪਾ ਕੇ ਬਾਦਸ਼ਾਹ ਦੇ ਬੰਦਿਆਂ ਦਾ, ਕਾਜ਼ੀਆਂ ਮੁਲਾਣਿਆਂ ਦਾ ਹੰਕਾਰ ਤੋੜਿਆ ਹੈ। ਇਹ ਕਿਸੇ ਨੂੰ ਮੰਨਦੇ ਨਹੀਂ ਸੀ, ਪਰ ਮੇਰੇ ਅੱਗੇ ਕੁਸਕਦੇ ਨਹੀਂ, ਤੋ ਮੈਂ ਇਹਨਾਂ ਨੂੰ ਕਾਬੂ ਕੀਤਾ, ਇਹਨਾਂ ਦਾ ਹੰਕਾਰ ਤੋੜਿਆ, ਕਾਜ਼ੀਆਂ ਮੁਲਾਣਿਆਂ ਦਾ। ਰਸ ਰੱਖਿਓ ਬੜ ਨੌ ਰੰਗ ਸੰਗ। ਬਾਦਸ਼ਾਹ ਦੇ ਨਾਲ ਮੈਂ ਰਸ ਰੱਖਿਆ ਹੈ, ਪ੍ਰੇਮ ਬਣਾ ਕੇ ਰੱਖਿਆ ਹੈ। ਤਹ ਬੈਠਕ ਸ਼ਬ ਲਈ ਉਤੰਗ। ਬਾਦਸ਼ਾਹ ਦੀ ਕਚਹਿਰੀ ਵਿੱਚ ਮੈਂ ਮਾਣ ਪਾਇਆ ਹੈ। ਉੱਚੀ ਥਾਂ ਤੇ ਮੈਂ ਬੈਠਦਾ, ਜਿਹੜੀ ਕਚਹਿਰੀ 'ਚ ਕੋਈ ਖਲੋ ਵੀ ਨਹੀਂ ਸਕਦਾ, ਉੱਥੇ ਬਾਦਸ਼ਾਹ ਦੇ ਬਰਾਬਰ ਮੇਰੀ ਗੱਦੀ ਲੱਗਦੀ ਹੈ। ਮੈਨੂੰ ਬਾਦਸ਼ਾਹ ਮੱਥਾ ਟੇਕਦਾ ਹੈ, ਸਤਿਕਾਰ ਕਰਦਾ ਹੈ। ਮੇਰੇ ਪੁੱਛੇ ਤੋਂ ਬਿਨਾਂ ਬਾਦਸ਼ਾਹ ਕੋਈ ਕੰਮ ਨਹੀਂ ਕਰਦਾ। ਪਿਤਾ ਜੀ ਨੇ ਮੈਨੂੰ ਸਾਰੀਆਂ ਤਾਕਤਾਂ ਦੇ ਕੇ ਭੇਜਿਆ ਸੀ। ਹੁਣ ਪਤਾ ਪਿਤਾ ਜੀ ਨੂੰ ਕੀ ਹੋਇਆ ਵੀ ਉਹਨਾਂ ਨੇ ਗੱਦੀ ਜਿਹੜੀ ਹੈ ਛੋਟੇ ਭਰਾ ਨੂੰ ਦੇ ਦਿੱਤੀ ਤੇ ਮੈਨੂੰ ਵਾਂਝਾ ਕਰ ਦਿੱਤਾ ਹੈ। ਨਿਜ ਅਨਸਾਰ ਸ਼ਾਹ ਕਰ ਰੱਖਾ। ਮੈਂ ਤੇ ਔਰੰਗਜ਼ੇਬ ਨੂੰ ਆਪਣੀ ਮੁੱਠੀ 'ਚ ਕਰਕੇ ਰੱਖਿਆ ਹੋਇਆ ਹੈ। ਨਹੀਂ ਤੇ ਉਹ ਬਿਗੜਨ ਹਿਤ ਕਾਂਖਾ। ਮੈਂ ਬਾਦਸ਼ਾਹ ਨੂੰ ਵਿਗੜਨ ਨਹੀਂ ਦਿੱਤਾ। ਜਿੱਦਾਂ ਸਾਡੇ ਪਿਤਾ ਜੀ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਸੀ, ਗੋਇੰਦਵਾਲ ਸਾਹਿਬ ਪੱਤਣ ਦੇ ਉੱਤੇ ਬੇੜੀਆਂ ਦਾ ਪੁਲ ਤੋੜਤਾ ਸੀ। ਜੇ ਕਿਤੇ ਬਾਦਸ਼ਾਹ ਔਰੰਗਜ਼ੇਬ ਉਸ ਗੱਲ ਦਾ ਬਦਲਾ ਲੈਣਾ ਚਾਹਵੇ ਤੇ ਗੁਰੂ ਹਰਿਰਾਏ ਸਾਹਿਬ ਨੂੰ ਗ੍ਰਿਫਤਾਰ ਵੀ ਕਰਕੇ ਬੁਲਾ ਸਕਦਾ ਸੀਗਾ, ਹੋਰ ਵੀ ਕੋਈ ਉਪਦਰਵ ਕਰ ਸਕਦਾ ਸੀ, ਕੋਈ ਫੌਜ ਭੇਜ ਸਕਦਾ ਸੀ, ਕੋਈ ਲੜਾਈ ਝਗੜਾ ਕੁਝ ਵੀ ਹੋ ਸਕਦਾ। ਪਰ ਮੈਂ ਸਾਰੇ ਮਸਲੇ ਠੰਡੇ ਕਰਤੇ ਦਿੱਲੀ 'ਚ ਆ ਕੇ। ਇਤ ਮੋਹਿ ਪਠਿਓ ਰਹਿਓ ਟਿਕ ਸ਼ਾਹੂ। ਮੈਨੂੰ ਪਿਤਾ ਜੀ ਨੇ ਆਪ ਭੇਜਿਆ ਸੀ ਤੇ ਮੈਂ ਬਾਦਸ਼ਾਹ ਦੇ ਕੋਲ ਰਹਿ ਕੇ
ਬਾਦਸ਼ਾਹ ਦੇ ਨਾਲ ਬਣਾ ਲਈ ਹੈ। ਪਿਤ ਜਤ ਪੈ ਨਿਚਿੰਤ ਸੁਖ ਮਾਹੂ। ਮੇਰੇ ਇੱਥੇ ਆਉਣ ਕਰਕੇ ਪਿਤਾ ਜੀ ਵੀ ਨਿਸ਼ਚਿੰਤ ਹੋ ਗਏ ਤੇ ਸਾਰਾ ਸਿੱਖ ਪੰਥ ਹੀ ਨਿਸ਼ਚਿੰਤ ਹੋ ਗਿਆ। ਜਿੰਨੀ ਗੁਰੂ ਨਾਨਕ ਦੀ ਸੰਗਤ ਹੈ, ਸਾਰਿਆਂ ਨੂੰ ਜਿਹੜੀ ਚਿੰਤਾ ਬਣੀ ਹੋਈ ਸੀ ਵੀ ਬਾਦਸ਼ਾਹ ਔਰੰਗਜ਼ੇਬ ਸਾਨੂੰ ਹੁਣ ਤੰਗ ਕਰੇਗਾ, ਉਹ ਸਾਰੀ ਚਿੰਤਾ ਮੈਂ ਦੂਰ ਕੀਤੀ ਹੈ। ਆਹਿਓ ਸਮਾਂ ਲੈਨ ਵਡਿਆਈ। ਹੁਣ ਜਦੋਂ ਵਡਿਆਈ ਦੇਣ ਦਾ, ਗੱਦੀ ਦੇਣ ਦਾ ਸਮਾਂ ਆਇਆ ਸੀ, ਮੇਰੋ ਤਿਆਗ ਕਰਿਓ ਰਿਸ ਪਾਈ। ਤੇ ਪਿਤਾ ਜੀ ਨਾਰਾਜ਼ ਹੋ ਗਏ ਤੇ ਮੇਰਾ ਤਿਆਗ ਕਰਤਾ, ਮੈਨੂੰ ਗੁਰੂ ਘਰ ਚੋਂ ਬੇਦਖਲ ਕਰ ਦਿੱਤਾ। ਛੋਟੀ ਜੀ ਗੱਲ ਤੇ ਪਿਤਾ ਜੀ ਮੇਰੇ ਨਾਲ ਇੰਨੇ ਨਾਰਾਜ਼ ਹੋ ਗਏ। ਸ਼੍ਰੀ ਹਰਿ ਕ੍ਰਿਸ਼ਨ ਲਿਓ ਸਭ ਸਾਜ। ਸੋ ਛੋਟੇ ਭਾਈ ਮੇਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਉਹਨਾਂ ਨੂੰ ਸਾਰਾ ਕੁਝ ਮਿਲ ਗਿਆ। ਹਾਲਾਂਕਿ ਉਹਦੇ ਅਜੇ ਗੱਦੀ ਤੇ ਬੈਠਣ ਜੋਗੇ ਹੈ ਨਹੀਂ, ਬਹੁਤ ਛੋਟੇ ਨੇ, 5 ਸਾਲ ਦੇ ਨੇ। ਉਹ ਹੁਣ ਗੱਦੀ ਤੇ ਬੈਠ ਗਏ ਨੇ ਤੇ ਮੈਂ ਐਡਾ ਵੱਡਾ ਗਿਆਨੀ ਧਿਆਨੀ ਹੋ ਕੇ ਤੇ ਵਾਂਝਾ ਰਹਿ ਗਿਆ ਹਾਂ। ਤੋ ਪਿਤਾ ਟਿਕ ਜਿਤਕ ਸਮਾਜ। ਪਿਤਾ ਜੀ ਕੋਲ ਜੋ ਕੁਝ ਵੀ ਸੀ, ਸਾਰਾ ਘਰ-ਬਾਰ, ਜਿੰਨੀਆਂ ਗੁਰੂ ਘਰ ਦੀਆਂ ਪ੍ਰਾਪਰਟੀਆਂ, ਗੁਰੂ ਘਰ ਦੇ ਖਜ਼ਾਨੇ, ਗੁਰੂ ਘਰ ਦੀਆਂ ਸੰਗਤਾਂ, ਸਭ ਛੋਟੇ ਭਾਈ ਨੇ ਸਾਂਭ ਲਈਆਂ ਹਨ। ਕਰਤਾ ਕੇ ਸੰਗ ਸਭ ਕਿਛ ਲੀਨ। ਜਦੋਂ ਗੁਰਿਆਈ ਮਿਲ ਗਈ ਉਸ ਨੂੰ, ਉਹਦੇ ਨਾਲ ਸਾਰੀ ਪ੍ਰਾਪਰਟੀ ਵੀ ਮਿਲਣੀ ਕੁਦਰਤੀ ਗੱਲ ਹੈ, ਕਿਉਂਕਿ ਗੁਰੂ ਘਰ ਦੀ ਪ੍ਰਾਪਰਟੀ ਦਾ ਮਾਲਕ ਤਾਂ ਗੁਰੂ ਹੀ ਹੁੰਦਾ ਹੈ ਨਾ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੁਣ ਗੁਰੂ ਬਣ ਗਏ ਨੇ। ਪਿਤਾ ਜੀ ਨੇ ਮੇਰੇ ਨਾਲ ਅਨਿਆਏ ਕੀਤਾ ਹੈ, ਜਿਹੜਾ ਮੇਰਾ ਹੱਕ ਸੀ ਉਹ ਛੋਟੇ ਭਾਈ ਨੂੰ ਦੇ ਦਿੱਤਾ ਹੈ। ਸਰਬੋਤਮ ਪਦ ਪਾਵਨ ਕੀਨ। ਸਾਰਿਆਂ ਤੋਂ ਉੱਤਮ ਪਦਵੀ ਜੋ ਹੈ ਗੁਰਤਾ ਗੱਦੀ ਦੀ, ਉਹ ਛੋਟਾ ਭਾਈ ਲੈ ਗਿਆ ਹੈ। ਅਬ ਤਾਂ ਅਪਰ ਉਪਾਏ ਨਾ ਬਨੇ। ਬਾਬਾ ਰਾਮ ਰਾਏ ਜੀ ਕਹਿੰਦੇ ਹੁਣ ਹੋਰ ਕੋਈ ਉਪਾਅ ਨਹੀਂ ਹੋ ਸਕਦਾ। ਏਕ ਜਤਨ ਆਵਤ ਮੁਝ ਮਨੇ। ਇੱਕ ਗੱਲ ਮੇਰੇ ਮਨ ਚ ਆਉਂਦੀ ਹੈ, ਇੱਕ ਮੈਨੂੰ ਇਦਾਂ ਲੱਗਦਾ ਜੇ ਇਦਾਂ ਕੀਤਾ ਜਾਵੇ ਤਾਂ ਗੱਲ ਬਣ ਜਾਏਗੀ। ਸੋ ਮੈਂ ਕਰਹੁ ਟਰੋ ਨਾ ਕੈਸੇ। ਉਹ ਮੈਂ ਕਰਾਂਗਾ, ਹੁਣ ਮੈਂ ਟਾਲਾ ਨਹੀਂ ਕਰਨਾ, ਹੁਣ ਮੈਂ ਕੋਈ ਲਿਹਾਜ਼ ਨਹੀਂ ਕਰਨਾ, ਭਾਵੇਂ ਮੇਰਾ ਭਰਾ ਹੀ ਹੈ ਛੋਟਾ, ਪਰ ਇਹਦੇ ਵਿੱਚ ਹੁਣ ਕਾਹਦਾ ਲਿਹਾਜ਼ ਹੈ ਜਦੋਂ ਮੇਰਾ ਹੱਕ ਖੋਹ ਲਿਆ ਹੈ, ਜਦੋਂ ਮੇਰੀ ਗੱਦੀ ਖੋਹ ਲਈ ਹੈ, ਤੇ ਫਿਰ ਭਰਾ ਕਾਹਦਾ। ਹੁਣ ਮੈਂ ਇਸ ਤਰ੍ਹਾਂ ਕਰਾਂਗਾ। ਸੁਨਤਮ ਪਨਹੁ ਆਏ ਚਿਤ ਜੈਸੇ। ਤੁਸੀਂ ਵੀ ਸਲਾਹ ਦਿਓ ਬਈ, ਤੁਸੀਂ ਮੇਰੇ ਮੁਖੀਏ ਮਸੰਦ ਹੋ, ਗੁਰੂ ਘਰ ਦੇ ਜ਼ਿੰਮੇਵਾਰ ਹੋ, ਭਾਈ ਤਾਰਾ ਚੰਦ, ਭਾਈ ਗੁਰਦਾਸ, ਹੋਰ ਤੁਸੀਂ ਸਾਰੇ ਸਿਆਣੇ ਹੋ। ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਰਹੇ ਹੋ, ਗੁਰੂ ਹਰਾਏ ਸਾਹਿਬ ਕੋਲ ਰਹੇ ਹੋ, ਹੁਣ ਤੁਸੀਂ ਮੇਰੇ ਨਾਲ ਹੋ ਤੇ ਮੈਨੂੰ ਸਹੀ ਸਲਾਹ ਦਿਓ। ਨੌਰੰਗ ਕੋ ਸਮਝਾਵਨ ਕਰਕੇ। ਆਪਾਂ ਔਰੰਗਜ਼ੇਬ ਦੇ ਕੰਨ ਭਰੀਏ, ਮੈਂ ਔਰੰਗਜ਼ੇਬ ਨੂੰ ਸਮਝਾਵਾਂਗਾ, ਅਨੇਕ ਭੇਦ ਕੇ ਬਾਖ ਉਚਰ ਕੇ। ਪੈਸੇ ਬਚਨ ਕਰਾਂਗਾ ਵੀ ਬਾਦਸ਼ਾਹ ਦੇ ਮਨ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਪ੍ਰਤੀ ਫਰਕ ਪੈ ਜਾਵੇ, ਭੇਦ ਪੈ ਜਾਵੇ। ਕਰ ਆਪਣੇ ਤੇ ਅਧਿਕ ਵਡਾਈ। ਮੈਂ ਉਹਨਾਂ ਨੂੰ ਇਸ ਤਰੀਕੇ ਨਾਲ ਬਾਦਸ਼ਾਹ ਦੇ ਕੰਨ ਭਰਾਂਗਾ ਵੀ ਆਪਣੇ ਛੋਟੇ ਭਰਾ ਦੀਆਂ ਕਰਾਮਾਤਾਂ ਦੀ ਵਡਿਆਈ ਆਪਣੇ ਨਾਲੋਂ ਜ਼ਿਆਦਾ ਕਰਾਂਗਾ, ਕਿਉਂਕਿ ਔਰੰਗਜ਼ੇਬ ਨੂੰ ਬੜੇ ਕਰਾਮਾਤਾਂ ਦੇਖਣ ਦਾ ਬੜਾ ਸ਼ੌਂਕ ਹੈ। ਮੈਂ ਕਹਾਂਗਾ ਵੀ ਮੇਰੇ ਕੋਲ ਜਿਹੜੀਆਂ ਕਰਾਮਾਤਾਂ ਸੀ ਉਹ ਤੁਸੀਂ ਵੇਖ ਲਈਆਂ ਨੇ, ਮੇਰੇ ਛੋਟੇ ਭਾਈ ਨੂੰ ਪਿਤਾ ਜੀ ਮੇਰੇ ਤੋਂ ਵੀ ਜ਼ਿਆਦਾ ਦੇ ਕੇ ਗਏ ਨੇ, ਉਹਨੂੰ ਬੁਲਾਓ, ਉਹਦੀਆਂ ਕਰਾਮਾਤਾਂ ਵੇਖੋ। ਇਸ ਟਿਕ ਕਰਾਮਾਤ ਅਧਿਕਾਈ। ਮੇਰੇ ਛੋਟੇ ਭਰਾ ਕੋਲ ਬੜੀ ਜ਼ਿਆਦਾ ਕਰਾਮਾਤ ਹੈ, ਬਹੁਤ ਜ਼ਿਆਦਾ ਸ਼ਕਤੀ ਹੈ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਕੋਲ। ਹੇ ਬਾਦਸ਼ਾਹ ਸਲਾਮਤ, ਤੁਸੀਂ ਉਹ ਕਰਾਮਾਤ ਵੀ ਵੇਖੋ। ਕਰਹੁ ਕਾਰਨ ਲੇਹੁ ਨਿਹਾਰੀ। ਤੁਸੀਂ ਛੋਟੇ ਭਰਾ ਮੇਰੇ ਸ੍ਰੀ ਹਰਿਗੁਰੂ ਕ੍ਰਿਸ਼ਨ ਜੀ ਨੂੰ ਬੁਲਾ ਕੇ ਦਿੱਲੀ ਦੇ ਵਿੱਚ ਤੇ ਉਹਨਾਂ ਦੀ ਵਡਿਆਈ, ਉਹਨਾਂ ਦੀ ਕਰਾਮਾਤ ਵੇਖੋ। ਬਹੁ ਪ੍ਰਕਾਰ ਸੋ ਦੇਹ ਦਿਖਾਰੀ। ਉਹ ਬਹੁਤ ਪ੍ਰਕਾਰ ਨਾਲ ਕਰਾਮਾਤਾਂ ਦਿਖਾਣਗੇ ਤੁਹਾਨੂੰ। ਕਿਤਕ ਕਾਜ ਆਪਣੇ ਸੁਧਰਾਵੋ। ਜਦੋਂ ਬਾਦਸ਼ਾਹ ਨੂੰ ਇਹ ਕਹਾਂਗਾ ਵੀ ਬਾਦਸ਼ਾਹ ਤੁਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਰਾਮਾਤ ਵੀ ਦੇਖੋ ਤੇ ਆਪਣੇ ਜਿਹੜੇ ਕੰਮ ਹਨ ਤੁਹਾਡੇ ਰੁਕੇ ਹੋਏ ਉਹ ਵੀ ਠੀਕ ਕਰ ਦੇਣਗੇ। ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲੋਂ ਜੋ ਮੰਗੋਗੇ ਤੁਹਾਨੂੰ ਮਿਲ ਜਾਏਗਾ। ਹਾਂਜੀ, ਅਜ਼ਮਤ ਤੇ ਸੋ ਕਰਹਿ ਤੁਮ ਪਾਵੋ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਰਾਮਾਤ ਜ਼ਰੂਰ ਵੇਖਣੀ ਚਾਹੀਦੀ ਹੈ। ਜੋ ਤੁਸੀਂ ਮੰਗੋਗੇ ਉਹ ਤੁਹਾਨੂੰ ਦਿਖਾਣਗੇ ਕਰਾਮਾਤ। ਬਸ ਹੈ ਤੁਮਾਰੇ ਦੇਸ਼ਨ ਮਾਹੀ। ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਤੁਹਾਡੇ ਹਿੰਦੁਸਤਾਨ ਦੇ ਅੰਦਰ, ਭਾਰਤ ਦੇ ਵਿੱਚ ਵਸਦੇ ਨੇ। ਤੁਸੀਂ ਮੁਲਕ ਦੇ ਮਾਲਕ ਹੋ, ਜੋ ਵੀ ਤੁਹਾਨੂੰ ਚਾਹੀਦਾ ਹੈ, ਪ੍ਰਜਾ ਦਾ ਫਰਜ਼ ਹੈ ਉਹ ਤੁਹਾਨੂੰ ਦੇਵੇ।
ਗੁਰੂ ਹਰਕ੍ਰਿਸ਼ਨ ਸਾਹਿਬ ਵੀ ਤੁਹਾਡੀ ਪਰਜਾ ਹੀ ਨੇ, ਤੇ ਤੁਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਕਰਾਮਾਤ ਵੇਖੋ। ਪਠੋ ਬੁਲਾਵਨ ਆਵਹਿ ਪਾਹੀ। ਉਹਨਾਂ ਨੂੰ ਬੁਲਾਓ, ਜੇ ਉਹ ਆ ਜਾਣਗੇ ਤੇ ਤੁਹਾਨੂੰ ਕਰਾਮਾਤਾਂ ਦਿਖਾ ਕੇ ਨਿਹਾਲ ਕਰ ਦੇਣਗੇ। ਇਤਿਆਦਿਕ ਕਹਿ ਸ਼ਾਹ ਸਿਖਾਏ। ਏਦਾਂ ਮੈਂ ਬਾਦਸ਼ਾਹ ਨੂੰ ਸਿਖਾਵਾਂਗਾ। ਆਪਣੇ ਮਸੰਦਾਂ ਨਾਲ ਸਲਾਹ ਕਰ ਰਹੇ ਨੇ ਜੇ ਬਾਬਾ ਰਾਮ ਰਾਏ ਹੋਰੀ, ਕਹਿੰਦੇ ਏਦਾਂ ਮੈਂ ਸਿਖਾਵਾਂਗਾ। ਫਿਰ ਬਾਦਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੁਲਾਏਗਾ, ਤੇ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪਣੇ ਪਿਤਾ ਦੀ ਤਰ੍ਹਾਂ ਜਿੱਦ ਕਰਨਗੇ ਵੀ ਅਸੀਂ ਉਹਦੇ ਮੱਥੇ ਨਹੀਂ ਲੱਗਣਾ, ਉਹ ਆਉਣਗੇ ਹੀ ਨਹੀਂ। ਜੇ ਆਉਣਗੇ ਨਹੀਂ ਤੇ ਫਿਰ ਮੈਂ ਕਹਾਂਗਾ ਵੀ ਉਹਨਾਂ 'ਚ ਕਰਾਮਾਤ ਹੈ ਨਹੀਂ, ਡਰ ਗਏ ਨੇ, ਜਾਂ ਉਹਨਾਂ ਵਿੱਚ ਕੋਈ ਸ਼ਕਤੀ ਨਹੀਂ ਹੈ, ਜਾਂ ਇਹ ਕਹਾਂਗਾ ਵੀ ਉਹ ਤੁਹਾਡੇ ਨਾਲ ਵਿਰੋਧ ਰੱਖਦੇ ਨੇ। ਫਿਰ ਵੀ ਮੇਰੀ ਗੱਲ ਬਣੇਗੀ। ਜੇ ਉਹ ਆ ਜਾਣਗੇ ਤੇ ਫਿਰ ਉਹ ਕਰਾਮਾਤ ਨਹੀਂ ਦਿਖਾਣਗੇ, ਕਿਉਂਕਿ ਗੁਰੂ ਘਰ ਦੇ ਵਿੱਚ ਉਹ ਸਮਝਦੇ ਆ ਵੀ ਕਰਾਮਾਤ ਦਿਖਾਣੀ ਕਹਿਰ ਦਾ ਨਾਮ ਹੈ। ਜੇ ਉਹ ਕਰਾਮਾਤ ਦਿਖਾਣਗੇ ਤੇ ਉਹ ਆਪਣੇ ਅਸੂਲਾਂ ਤੋਂ ਡਿੱਗਣਗੇ। ਇਸ ਤਰ੍ਹਾਂ ਦੀ ਸਾਜ਼ਿਸ਼ ਬਾਬਾ ਰਾਮ ਰਾਏ ਜੀ ਨੇ ਆਪਣੇ ਦਿਮਾਗ ਵਿੱਚ ਸੋਚੀ ਹੈ ਤੇ ਆਪਣੇ ਮਸੰਦਾਂ ਦੇ ਨਾਲ ਸਾਂਝੀ ਕੀਤੀ ਹੈ। ਪਠਾ ਦੂਤ ਤੇ ਲਿਓ ਬੁਲਵਾਏ। ਕਹਿਣ ਲੱਗੇ ਬਾਦਸ਼ਾਹ ਸਲਾਮਤ ਨੂੰ ਕਹਾਂਗਾ ਵੀ ਆਪਣਾ ਦੂਤ ਭੇਜੋ, ਬੰਦੇ ਭੇਜੋ, ਪ੍ਰਧਾਨ ਮੁਖੀ ਬੰਦੇ ਭੇਜੋ, ਤੇ ਗੁਰੂ ਸਾਹਿਬ ਨੂੰ ਦਿੱਲੀ ਤੋਂ ਕੀਰਤਪੁਰ ਸਾਹਿਬ ਤੋਂ ਦਿੱਲੀ ਸੱਦ ਲਵੋ। ਜਬ ਇਸ ਫਲ ਮੋ ਆਵਨ ਕਰ ਹੈ। ਜਦੋਂ ਇੱਥੇ ਆ ਜਾਣਗੇ 8ਵੇਂ ਪਾਤਸ਼ਾਹ ਜੀ, ਤਬ ਹੈ ਸ਼ਾਹ ਕੋ ਬਹੁਤ ਸਿਖਰ ਹੈ। ਫਿਰ ਬਾਦਸ਼ਾਹ ਦੇ ਕੰਨ ਭਰਾਂਗਾ ਵੀ ਇਹਨਾਂ ਦੀ ਕਰਾਮਾਤ ਵੇਖੋ। ਹੁਣ ਇਸ ਪ੍ਰਕਾਰ ਕੋ ਪਾਵੋ ਭੇਦ। ਇਸ ਤਰ੍ਹਾਂ ਮੈਂ ਬਾਦਸ਼ਾਹ ਦੇ ਮਨ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਪ੍ਰਤੀ ਭੇਦ ਫਰਕ ਪਾ ਦਿਆਂਗਾ, ਵਿਰੋਧ ਪਾ ਦਿਆਂਗਾ ਦੋਵਾਂ ਦੇ ਵਿੱਚ। ਪਰ ਹੈ ਬੈਰ ਜਿਸ ਤੇ ਦੇਖੇਦ। ਜੋ ਫਿਰ ਬਾਦਸ਼ਾਹ ਦਾ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਵੈਰ ਪੈ ਜਾਏਗਾ, ਦੁਸ਼ਮਣੀ ਪੈ ਜਾਏਗੀ, ਤੇ ਜਿਹਦੀ ਬਾਦਸ਼ਾਹ ਨਾਲ ਦੁਸ਼ਮਣੀ ਪੈ ਜਾਏ ਉਹ ਬੰਦਾ ਸੁਖੀ ਰਹਿ ਨਹੀਂ ਸਕਦਾ। ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜਾਣੇ ਤੇ ਬਾਦਸ਼ਾਹ ਜਾਣੇ, ਮੇਰਾ ਰਸਤਾ ਸਾਫ਼ ਹੋ ਜਾਏਗਾ। ਹਾਂਜੀ, ਸਰਬ ਪ੍ਰਕਾਰ ਕਰਾਵਹੁ ਹੌਰਾ। ਏਦਾਂ ਮੈਂ ਆਪਣੇ ਛੋਟੇ ਭਾਈ ਦੀ ਬੇਇੱਜ਼ਤੀ ਕਰਾਵਾਂਗਾ ਦਿੱਲੀ 'ਚ ਸੱਦ ਕੇ। ਜਬ ਫੀਕੋ ਪਰ ਹੈ ਇਸ ਠੌਰਾ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਇੱਥੇ ਆ ਜਾਣਗੇ ਉਹ ਫਿੱਕੇ ਪੈ ਜਾਣਗੇ। ਉਹਨਾਂ ਦੀ ਉਮਰ ਵੀ ਛੋਟੀ ਹੈ, ਨਾਲੇ ਉਹਨਾਂ ਨੇ ਕਿਹੜਾ ਕਰਾਮਾਤ ਦਿਖਾਣੀ ਹੈ। ਤੇ ਜੇ ਕੋਈ ਦਿਖਾਣਗੇ ਤਾਂ ਆਪਣੇ ਉਸੂਲਾਂ ਤੋਂ ਡਿੱਗਣਗੇ, ਜੇ ਨਹੀਂ ਦਿਖਾਣਗੇ ਤੇ ਬਾਦਸ਼ਾਹ ਦੀ ਨਿਗਾਹ 'ਚ ਡਿੱਗਣਗੇ। ਇਸ ਤਰ੍ਹਾਂ ਦਾ ਮੈਂ ਹੁਣ ਕੰਮ ਕਰਾਂਗਾ। ਲਗਦਾ ਜਹ ਕਹਿ ਜ਼ਾਹਰ ਹੋਏ। ਉਹਨਾਂ ਦੀ ਜਿਹੜੀ ਹੈ ਨਾ ਛੁੱਟਪਣ ਉਹਨਾਂ ਦਾ ਜ਼ਾਹਰ ਹੋ ਜਾਏਗਾ ਵੀ ਇਹ ਤਾਂ ਐਵੇਂ ਹੀ ਗੁਰੂ ਬਣੇ ਹੋਏ ਨੇ, ਬੱਚੇ ਜੇ ਹਨ, ਤੇ ਮੇਰੀ ਵਡਿਆਈ ਹੋ ਜਾਏਗੀ ਵੀ ਰਾਮ ਰਾਏ ਤਾਂ ਸੱਚਾ ਗੁਰੂ ਹੈ। ਇਸ ਤਰ੍ਹਾਂ ਬਾਬੇ ਰਾਮ ਰਾਏ ਹੋਰਾਂ ਨੇ ਆਪਣੇ ਮਨ ਵਿੱਚ ਇੱਕ ਸਾਜ਼ਿਸ਼ ਸੋਚੀ ਹੈ। ਕਰਹਿ ਅਸ਼ਰਦਾ ਪੁਨ ਸਭ ਹੋਏ। ਕਹਿੰਦੇ ਫਿਰ ਉਹਨਾਂ ਤੇ ਕੋਈ ਸ਼ਰਧਾ ਨਹੀਂ ਰੱਖੇਗਾ। ਜਿਹੜੀਆਂ ਸੰਗਤਾਂ ਉਹਨਾਂ ਨੂੰ ਹੁਣ ਗੁਰੂ ਮੰਨਦੀਆਂ ਨੇ ਥੋੜੀਆਂ ਬਾਲੀਆਂ, ਉਹ ਵੀ ਹਟ ਕੇ ਮੇਰੇ ਪੈਰਾਂ ਤੇ ਮੱਥਾ ਟੇਕਣਗੀਆਂ। ਨਹੀਂ ਉਪਾਇਨ ਅਰਪਣ ਕਰੈ। ਫਿਰ ਉਹਨਾਂ ਨੂੰ ਕੋਈ ਭੇਟਾ ਵੀ ਨਹੀਂ ਚੜਾਏਗਾ, ਮਾਇਆ ਦੀ ਵੀ ਉਹਨਾਂ ਨੂੰ ਤੰਗੀ ਆ ਜਾਏਗੀ। ਬਹੁਰ ਮੋਹਿ ਪਰ ਨਿਸ਼ਚਾ ਧਰੈ। ਫਿਰ ਸੰਗਤਾਂ ਮੇਰੇ ਤੇ ਭਰੋਸਾ ਕਰਨਗੀਆਂ, ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਮੇਰੇ ਕੋਲ ਹੀ ਆਉਣਗੇ, ਵੱਡੇ ਭਰਾ ਕੋਲ ਵੀ, ਭਰਾ ਜੀ ਹੁਣ ਮੇਰਾ ਵੀ ਖਿਆਲ ਕਰੋ। ਇਸ ਤਰ੍ਹਾਂ ਮੇਰੀ ਚੜ੍ਹਤ ਹੋ ਜਾਏਗੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਗੁਰਿਆਈ ਗੱਦੀ ਜਾਂਦੀ ਰਹੇਗੀ। ਰਸ ਨਹਿ ਰਹਿਣ ਤੇ ਹੋ ਸੰਗ ਸ਼ਾਹੂ। ਮੈਂ ਉਹਨਾਂ ਦਾ ਬਾਦਸ਼ਾਹ ਦੇ ਨਾਲ ਪ੍ਰੇਮ ਰਹਿਣ ਨਹੀਂ ਦੇਣਾ। ਬਾਦਸ਼ਾਹ ਦੇ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਵਿਗਾੜ ਪਾ ਦੇਣੀ ਹੈ। ਬਦੀ ਕਰ ਹੈ ਸਭ ਤੁਰਕ ਜੇ ਪਾਹੂ। ਜਿਹੜੇ ਤੁਰਕ ਹਨ ਬਾਦਸ਼ਾਹ ਦੇ ਕੋਲ, ਉਹ ਅੱਗੇ ਹੀ ਗੁਰੂ ਘਰ ਨੂੰ ਵੇਖ ਕੇ ਰਾਜੀ ਨਹੀਂ। ਉਹ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬਿਲਕੁਲ ਪਸੰਦ ਨਹੀਂ ਕਰਨਗੇ, ਉਹਨਾਂ ਦੇ ਪੈਰ ਨਹੀਂ ਲੱਗਣ ਦੇਣਗੇ ਦਿੱਲੀ ਦੇ ਵਿੱਚ। ਕਰਾਮਾਤ ਕੇ ਤੱਕ ਦਿਖਰਾਵਾ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੇ ਕੋਈ ਕਰਾਮਾਤ ਦਿਖਾਣਗੇ, ਅੱਬਲ ਤਾਂ ਉਹਨਾਂ ਨੇ ਦਿਖਾਣੀ ਨਹੀਂ, ਕਿਉਂਕਿ ਗੁਰੂ ਘਰ ਦਾ ਅਸੂਲ ਹੈ ਵੀ ਗੁਰੂ ਘਰ 'ਚ ਕਰਾਮਾਤ ਬਿਨਾਂ ਮਤਲਬ ਦੇ, ਬਿਨਾਂ ਪ੍ਰਯੋਜਨ ਦੇ ਨਹੀਂ ਦਿਖਾਈ ਜਾਂਦੀ। ਤੇ ਜੇ ਕਿਤੇ ਗੁਰੂ ਹਰਕ੍ਰਿਸ਼ਨ ਸਾਹਿਬ ਆਪਣੀ ਕੋਈ ਸ਼ਕਤੀ ਦਿਖਾਣਗੇ ਤੇ ਆਪਣੇ ਅਸੂਲਾਂ ਤੋਂ ਡਿੱਗਣਗੇ, ਤੇ ਜੇ ਨਾ ਦਿਖਾਣਗੇ ਤੇ ਫਿਰ ਲੋਕਾਂ 'ਚ ਹੋਏਗਾ ਵੀ ਇਹਨਾਂ ਕੋਲ ਹੈ ਹੀ ਕੁਛ ਨਹੀਂ, ਕਰਾਮਾਤ ਹੈ ਹੀ ਨਹੀਂ, ਇਹ ਤਾਂ ਗੁਰੂ ਹੀ ਨਹੀਂ। ਗੁਰੂ ਤਾਂ ਉਹ ਹੀ ਹੁੰਦਾ ਜਿਹਦੇ ਕੋਲ ਕੋਈ ਚਮਤਕਾਰ ਹੋਵੇ, ਤੇ ਮੈਂ ਤਾਂ ਚਮਤਕਾਰ ਪਹਿਲਾਂ ਹੀ ਦਿੱਲੀ 'ਚ ਬੜੇ ਦਿਖਾਏ ਹੋਏ ਨੇ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਆਪਣੇ ਮਨ ਵਿੱਚ ਇਹ ਸਾਜ਼ਿਸ਼ ਸੋਚਣ ਲੱਗੇ ਹਨ। ਨਿਤ ਪ੍ਰਤ ਰੀਤ ਨਵੀਨ ਦਿਖ ਸਿਖਾਵਾ। ਕਹਿੰਦੇ ਰੋਜ਼ ਬਾਬਾ ਰਾਮ ਰਾਏ ਕਹਿੰਦੇ ਮੈਂ ਇਦਾਂ ਦੀ ਬਾਦਸ਼ਾਹ ਦੇ ਨਾਲ
ਗੱਲਬਾਤ ਕਰਾਂਗਾ, ਇਹੋ ਜਿਹਾ ਬਾਦਸ਼ਾਹ ਨੂੰ ਸਿਖਾਵਾਂਗਾ। ਆਏ ਜ ਮਿਲ ਹੈ ਬਿਗਰ ਇਮ ਜਾਏ। ਜੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆ ਗਏ ਤਾਂ ਏਦਾਂ ਵਿਗਾੜਾਂਗਾ, ਜੇ ਨਾ ਆਏ ਤਾਂ ਏਦਾਂ ਵਿਗਾੜਾਂਗਾ। ਜੇ ਨਿਜ ਪਿਤ ਪਰ ਕਰ ਹਸਬਾਏ। ਜੇ ਨਾ ਆਏ, ਆਪਣੇ ਪਿਤਾ ਮਹਾਰਾਜ ਗੁਰੂ ਹਰਾਏ ਸਾਹਿਬ ਵਾਲਾ ਸੁਭਾਅ ਰੱਖਿਆ, ਕਿਉਂਕਿ ਸਤਿਗੁਰੂ ਹਰਾਏ ਸਾਹਿਬ ਦਾ ਸੁਭਾਅ ਸੀ। ਉਹ ਕਹਿੰਦੇ ਜਿਹੜਾ ਬੰਦਾ ਇਹੋ ਜਿਹਾ ਨੀਚ ਹੈ ਨਾ, ਪਾਪੀ ਹੈ ਔਰੰਗਜ਼ੇਬ, ਜਿਹਨੇ ਆਪਣਾ ਪਿਤਾ ਵੀ ਮਾਰ ਦਿੱਤਾ ਕੈਦ ਵਿੱਚ ਪਾ ਕੇ, ਤੇ ਆਪਣੇ ਭਾਈ ਵੀ ਕਤਲ ਕਰਤੇ, ਜਿਹੜਾ ਆਪਣੇ ਖੂਨ ਦਾ ਨਹੀਂ ਬਣਿਆ ਉਹ ਦੂਜਿਆਂ ਦਾ ਕੀ ਬਣੇਗਾ। ਵੈਸੇ ਤਾਂ ਜਿਹੜਾ ਬਾਦਸ਼ਾਹ ਹੁੰਦਾ, ਰਾਜਾ ਹੁੰਦਾ ਨਾ, ਉਹ ਪ੍ਰਜਾ ਦਾ ਪਿਤਾ ਹੁੰਦਾ ਹੈ। ਧੀਆਂ ਪੁੱਤਾਂ ਦੀ ਤਰ੍ਹਾਂ ਆਪਣੀ ਪ੍ਰਜਾ ਦੀ ਪਾਲਣਾ ਕਰੇ ਤਾਂ ਰਾਜਾ ਹੈ। ਤੇ ਜਿਹੜਾ ਆਪਣੀ ਪ੍ਰਜਾ ਨੂੰ ਮਾਰਨ ਲੱਗ ਜਾਵੇ, ਕੋਹਣ ਲੱਗ ਜਾਵੇ, ਉਹਦਾ ਕਤਲ ਕਰਨ ਲੱਗ ਜਾਵੇ, ਉਹਦਾ ਕਸਾਈ ਹੈ। ਤੇ ਔਰੰਗਜ਼ੇਬ ਦਾ ਕਸਾਈ ਹੈ, ਜ਼ਾਲਮ ਹੈ। ਇਹਦੇ ਅਸੀਂ ਦਰਸ਼ਨ ਨਹੀਂ ਕਰਨੇ। ਹਮ ਨ ਮਲੇਸ਼ ਕੋ ਦਰਸ਼ਨ ਦੇ ਹੈ। ਸਤਿਗੁਰੂ ਹਰਾਏ ਸਾਹਿਬ ਕਹਿੰਦੇ ਇਹਦੇ ਦਰਸ਼ਨ ਨਹੀਂ ਕਰਨੇ, ਮੱਥੇ ਨਹੀਂ ਲੱਗਣਾ ਪਾਪੀ ਬੰਦੇ ਦੇ। ਤੇ ਮਹਾਰਾਜ ਨਹੀਂ ਸੀ ਗਏ। ਫਿਰ ਸੰਗਤ ਨੇ ਆਖਿਆ ਮਹਾਰਾਜ ਆਪ ਜੀ ਨਹੀਂ ਕਿਸੇ ਨੂੰ ਭੇਜ ਦਿਓ। ਤਾਂ ਫਿਰ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਸੀਗਾ, ਕਰਾਮਾਤਾਂ ਸ਼ਕਤੀਆਂ ਦੇ ਨਾਲ ਪੂਰਾ ਕਰਕੇ ਕਿਹਾ ਸੀ ਜੋ ਤੂੰ ਬੋਲੇਗਾ ਉਹੀ ਹੋ ਜਾਏਗਾ। ਮਹਾਰਾਜ ਗੁਰੂ ਹਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਸੁਭਾਅ ਜਿਵੇਂ ਸੀਗਾ, ਬਾਬਾ ਰਾਮ ਰਾਏ ਕਹਿੰਦਾ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਵੀ ਇਦਾਂ ਦਾ ਹੀ ਸੁਭਾਅ ਰੱਖਿਆ, ਕਰੇ ਹਕਾਰਨ ਜੇ ਨਹ ਆਵਹ। ਜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਦਸ਼ਾਹ ਦੇ ਸੱਦੇ ਤੇ ਦਿੱਲੀ ਨਾ ਆਏ, ਸ਼ਾਹ ਦੂਤ ਸ਼ੂਸ਼ੇ ਉਲਟਾਵਹ। ਬਾਦਸ਼ਾਹ ਦੇ ਦੂਤਾਂ ਨੂੰ ਵਾਪਸ ਮੋੜ ਦਿੱਤਾ ਵੀ ਅਸੀਂ ਨਹੀਂ ਜਾਣਾ, ਅਸੀਂ ਉਸ ਪਾਪੀ ਦੇ ਮੱਥੇ ਨਹੀਂ ਲੱਗਣਾ। ਜੇ ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਇੱਥੇ ਆਉਣ ਤੋਂ, ਤਾਂ ਵੀ ਹਮਕੋ ਹੈ ਬਿਤਨੀ ਕੀ। ਬਾਬਾ ਰਾਮ ਰਾਏ ਕਹਿੰਦੇ ਫੇਰ ਵੀ ਸਾਡਾ ਹੀ ਭਲਾ, ਫੇਰ ਵੀ ਸਾਡੀ ਮੌਜ। ਫੇਰ ਆਪਾਂ ਕਵਾਂਗੇ ਵੀ ਉਹ ਤਾਂ ਬਾਦਸ਼ਾਹ ਦੇ ਸਾਹਮਣੇ ਆਉਣ ਜੋਗੀ ਜੁਰਤ ਹੀ ਨਹੀਂ ਰੱਖਦੇ। ਫਿਰ ਇਦਾਂ ਦਾ ਪ੍ਰਚਾਰ ਕਰ ਦਿਆਂਗੇ, ਦੋਵੇਂ ਪਾਸੇ ਆਪਾਂ ਉਹਨਾਂ ਨੂੰ ਢਾਵਾਂਗੇ। ਹੁਣ ਕੁਝ ਹੈ ਭਾਵਨਾ ਹਮਰੇ ਜੀ ਕੀ, ਸਾਡੀ ਭਾਵਨਾ ਪੂਰੀ ਹੋ ਜਾਏਗੀ। ਸਾਧ ਸੰਗਤ ਜੀ, ਜਿਹੜੇ ਆ ਦੁਸ਼ਟ ਬੰਦੇ ਨਾ, ਪਾਪੀ ਗੁਰੂ ਘਰ ਦੇ ਨਿੰਦਕ, ਇਹ ਰੋਜ਼ ਹੀ ਗੁਰੂ ਮਹਾਰਾਜ ਦੇ ਖਿਲਾਫ, ਪੰਥ ਦੇ ਖਿਲਾਫ ਸਾਜ਼ਿਸ਼ਾਂ ਘੜਦੇ ਰਹਿੰਦੇ ਆ। ਪਰ ਸਾਜ਼ਿਸ਼ਾਂ ਫੇਲ ਹੋ ਜਾਂਦੀਆਂ ਕਿਵੇਂ? ਬਾਬੇ ਰਾਮ ਰਾਏ ਨੇ ਦੇਖੋ ਕਿੱਡੀ ਅੱਗੇ ਚੱਲਣੀ ਆ ਜੇ ਕਥਾ, ਕਿੱਡੀ ਸਾਜ਼ਿਸ਼ ਬਣਾਈ ਵੀ ਜੇ ਆ ਗਏ ਤਾਂ ਵੀ ਉਹਨਾਂ ਨੂੰ ਮਾੜੇ ਪਾਵਾਂਗਾ, ਨੀਵੇਂ ਪਾਵਾਂਗਾ, ਜੇ ਨਾ ਆਏ ਤਾਂ ਵੀ ਨੀਵੇਂ ਪਾਵਾਂਗਾ। ਪਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਗਏ, ਰਾਮ ਰਾਏ ਏਦਾਂ ਉੱਡ ਗਿਆ ਜਿਵੇਂ ਸੂਰਜ ਦੇ ਸਾਹਮਣੇ ਦੀਵੇ ਦੀ ਰੋਸ਼ਨੀ ਹੁੰਦੀ। ਜਦੋਂ 8ਵੇਂ ਪਾਤਸ਼ਾਹ ਬੰਗਲਾ ਸਾਹਿਬ ਜਾ ਬੈਠੇ ਨਾ, ਉਧਰੋਂ ਪਰਮੇਸ਼ਰ ਨੇ ਉਹ ਜਿਵੇਂ ਅੱਜ ਕੱਲ ਕਰੋਨਾ ਫੈਲਿਆ ਨਾ, ਉਦੋਂ ਚੇਚਕ ਦੀ ਮਹਾਮਾਰੀ ਫੈਲ ਗਈ। ਦਿੱਲੀ ਸ਼ਹਿਰ ਦੀਆਂ ਗਲੀਆਂ ਖਾਲੀ ਹੋ ਗਈਆਂ। ਇੱਕ ਗਲੀ 'ਚ 4-4 5-5 ਮੌਤਾਂ ਰੋਜ਼ ਹੁੰਦੀਆਂ ਸੀ, ਇਤਿਹਾਸ ਵਿੱਚ ਲਿਖਿਆ। ਔਰੰਗਜ਼ੇਬ ਨੇ ਬਾਬੇ ਰਾਮ ਰਾਏ ਨੂੰ ਕਿਹਾ ਵੀ ਕੋਈ ਕਰੋ ਕਿਰਪਾ, ਹੁਣ ਇੰਨੀ ਸ਼ਕਤੀ ਹੈ ਨਹੀਂ ਵੀ ਸਾਰਾ ਸ਼ਹਿਰ ਬਚਾ ਲਵੇ। ਫਿਰ 8ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਇਸ਼ਨਾਨ ਕਰਦੇ ਆ ਨਾ ਜਲ, ਉਹ ਦੇ ਦਿਓ ਚੁੜੀ ਸਾਰਿਆਂ ਨੂੰ। ਉਹ ਮਹਾਰਾਜ ਦਾ ਜਲ ਅੱਜ ਤੱਕ ਬੰਗਲਾ ਸਾਹਿਬ ਸੰਗਤਾਂ ਉੱਥੇ ਇਸ਼ਨਾਨ ਦਾ ਜਲ ਲੈ ਕੇ ਸਵੇਰੇ ਛਕਦੀਆਂ ਨੇ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਦਿੱਲੀ ਸ਼ਹਿਰ ਬਚਾ ਲਿਆ। ਤੇ ਉਹ ਜਿਹੜੇ ਬਾਬੇ ਰਾਮ ਰਾਏ ਦੇ ਸੋਹਲੇ ਗਾਉਂਦੇ ਸੀ ਨਾ ਪਹਿਲਾਂ, ਉਹ ਸਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਿੱਖ ਬਣ ਗਏ। ਸਾਜ਼ਿਸ਼ਾਂ ਪੁੱਠੀਆਂ ਪੈ ਗਈਆਂ, ਪਰ ਆਪਣੇ ਵੱਲੋਂ ਨਿੰਦਕ ਜਿਹੜੇ ਆ ਘੱਟ ਕੋਈ ਨਹੀਂ ਕਰਦੇ। ਬਾਬੇ ਰਾਮ ਰਾਏ ਨੇ ਕਿੱਡੀ ਵੱਡੀ ਆਪਣੇ ਦਿਮਾਗ ਵਿੱਚ ਸਾਜ਼ਿਸ਼ ਸੋਚੀ ਹੈ ਵੀ ਮੈਂ ਸਤਿਗੁਰਾਂ ਦੀ ਮਹਿਮਾ ਘਟਾਵਾਂਗਾ। ਪਰ ਘਟਾ ਕੌਣ ਸਕਦਾ? ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜਿਸ ਨੂੰ ਸਾਹਿਬ ਜੀ ਨੇ, ਗੁਰੂ ਮਹਾਰਾਜ 7ਵੇਂ ਪਾਤਸ਼ਾਹ ਨੇ ਆਪ ਵੱਡਾ ਬਣਾਇਆ ਹੋਵੇ, ਉਹੀ ਵੱਡੇ ਹਨ। ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜੇ ਕੋਈ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ। ਗੁਰਬਾਣੀ ਚ ਮਹਾਰਾਜ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਉਹਨਾਂ ਮਹਾਂਪੁਰਸ਼ਾਂ ਦੀ ਜੇ ਕੋਈ ਰੀਸ ਕਰੇ ਤੇ ਉਹ ਮੂਰਖ ਹੈ। ਸੋ ਬਾਬਾ ਰਾਮ ਰਾਏ ਜੀ ਕਿੱਡੀ ਮੂਰਖਤਾ ਭਰੀ ਸੋਚ ਰਹੇ ਨੇ ਵੀ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਨੀਵੇਂ ਦਿਖਾਵਾਂਗੇ। ਸ਼ਾਹ ਕਰ ਹੈ ਤਬ ਚੋਰ ਬਟੇਰਾ। ਜੇ ਨਾ ਆਏ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਤੇ ਬਾਦਸ਼ਾਹ ਚਿੜ ਜਾਏਗਾ, ਉਹਨਾਂ ਤੇ ਗੁੱਸਾ ਕਰੇਗਾ ਤੇ ਫਿਰ ਜ਼ੋਰ ਜ਼ਬਰਦਸਤੀ ਵੀ ਕਰੇਗਾ। ਰਿਸ ਕਰ ਸੈਨ ਪਠਾਵਹਿ ਪੇਰਾ। ਹੋ ਸਕਦਾ ਬਾਦਸ਼ਾਹ ਗੁੱਸੇ 'ਚ ਆ ਕੇ ਫੌਜਾਂ ਭੇਜ ਦੇਵੇ। ਜਦੋਂ ਬਾਦਸ਼ਾਹ ਦੀਆਂ ਫੌਜਾਂ ਜਾਣਗੀਆਂ
ਤੇ ਬਾਦਸ਼ਾਹ ਦੀਆਂ ਫੌਜਾਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਆਉਣਗੀਆਂ। लड़ियो जाए कि मैं इसके साथ ਐਡੀ ਵੱਡੀ ਬਾਦਸ਼ਾਹ ਦੀ ਤਾਕਤ, ਹਿੰਦੁਸਤਾਨ ਦਾ ਬਾਦਸ਼ਾਹ, 22 ਲੱਖ ਫੌਜ ਹੈ, 10,000 ਵੱਡੀਆਂ ਤੋਪਾਂ, 50,000 ਛੋਟੀਆਂ ਤੋਪਾਂ, ਕਿਲਿਆਂ ਕੋਟਾਂ ਦਾ ਕੋਈ ਅੰਤ ਨਹੀਂ। ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਔਰੰਗਜ਼ੇਬ। ਗੁਰੂ ਸਾਹਿਬ ਇਹਦੇ ਨਾਲ ਕਿਵੇਂ ਲੜ ਲੈਣਗੇ? अत जोरावर दिल्ली नाथ ਦਿੱਲੀ ਦਾ ਬਾਦਸ਼ਾਹ ਬੜਾ ਜ਼ੋਰਾਵਰ ਹੈ, ਬੜਾ ਬਲੀ ਹੈ। अपर उपाय बन है तब नाही ਹੋਰ ਕੋਈ ਉਸ ਵੇਲੇ ਉਪਾਅ ਬਣੇਗਾ ਨਹੀਂ। ਸ੍ਰੀ ਹਰਿਕ੍ਰਿਸ਼ਨ ਜੀ ਨੂੰ ਬਾਦਸ਼ਾਹ ਦੇ ਅੱਗੇ ਝੁਕਣਾ ਪਵੇਗਾ, जंगल देश पर वेश है जाही ਜਾਂ ਫਿਰ ਕੀਰਤਪੁਰ ਸਾਹਿਬ ਛੱਡ ਕੇ ਜੰਗਲ ਦੇਸ਼ ਨੂੰ ਚਲੇ ਜਾਣਗੇ, ਲੁਕ ਜਾਣਗੇ ਕਿਤੇ ਆਪਣੀ ਜਾਨ ਬਚਾਉਣ ਵਾਸਤੇ। छोर जाएगो कीरतपुर को ਕੀਰਤਪੁਰ ਸਾਹਿਬ ਛੱਡ ਜਾਣਗੇ, ਜਿਹੜਾ ਮੇਰੇ ਪਿਤਾ ਦਾ, ਮੇਰੇ ਦਾਦੇ ਪੜਦਾਦਿਆਂ ਦਾ ਵਸਾਇਆ ਨਗਰ ਹੈ, ਉਹਦੇ ਵਿੱਚ ਜੇ ਮੈਂ ਨਹੀਂ ਨਾ ਰਿਹਾ ਤੇ ਛੋਟਾ ਭਾਈ ਵੀ ਨਹੀਂ ਰਹਿਣਾ ਚਾਹੀਦਾ। ਹਾਂਜੀ, करियो बसावन जो श्री गुर को ਜੋ ਮੇਰੇ ਪੜਦਾਦਾ ਜੀ ਨੇ, ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮੇਰੇ ਦਾਦਾ ਬਾਬਾ ਗੁਰਦਿੱਤਾ ਜੀ ਦਾ ਵਸਾਇਆ ਹੋਇਆ ਨਗਰ ਹੈ, ਜੇ ਮੈਂ ਉੱਥੇ ਨਹੀਂ ਰਿਹਾ, जिम मैं निकस रहियो अनठौरा ਜਿਵੇਂ ਮੈਂ ਉੱਥੋਂ ਨਿਕਲ ਕੇ ਅੱਜ ਦਿੱਲੀ 'ਚ ਧੱਕੇ ਖਾ ਰਿਹਾ ਹਾਂ ਆਪਣਾ ਘਰ ਛੱਡ ਕੇ, सोपी बस है होहे तिमहोरा ਏਦਾਂ ਹਰਿਕ੍ਰਿਸ਼ਨ ਵੀ ਉੱਥੇ ਨਹੀਂ ਰਵੇਗਾ, ਉਹ ਵੀ ਜੰਗਲਾਂ 'ਚ ਧੱਕੇ ਖਾਏਗਾ, ਜਾਏਗਾ। ਇੱਥੋਂ ਤੱਕ ਮਨ 'ਚ ਈਰਖਾ ਆ ਗਈ। ਇਹਨੂੰ ਕਹਿੰਦੇ ਆ ਸਾਧ ਸੰਗਤ ਜੀ ਈਰਖਾ, ਜੈਲਸ, ਜਿਹੜੀ ਮਨ ਦੇ ਵਿੱਚ ਬੰਦੇ ਨੂੰ ਜਦੋਂ ਵੀ ਕਿਸੇ ਦੇ ਆ ਜਾਂਦੀ ਹੈ ਨਾ, ਸ਼ਾਂਤੀ ਭੰਗ ਹੋ ਜਾਂਦੀ ਹੈ। ਉਥੇ ਪ੍ਰੇਮਾ ਭਗਤੀ, ਕੀਰਤਨ, ਕਥਾ, ਹਰੀ ਜਸ ਦਾ ਕੀ ਅਸਰ ਹੋਣਾ? ਜਿੱਥੇ ਈਰਖਾ ਦੀ, ਦਵੈਸ਼ ਦੀ ਅੱਗ ਬਲ ਜਾਂਦੀ ਹੈ। ਬਾਬੇ ਰਾਮ ਰਾਏ ਜੀ ਦੇ ਹਿਰਦੇ ਦੇ ਵਿੱਚ ਇਹ ਅੱਗ ਬਲ ਗਈ ਵੀ ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਨੀਵਾਂ ਵਿਖਾਵਾਂਗਾ। इम भी होए तो मुझको नीकी ਕਹਿੰਦੇ ਜੇ ਇਸ ਤਰ੍ਹਾਂ ਵੀ ਹੋ ਗਿਆ ਤਾਂ ਵੀ ਮੇਰਾ ਭਲਾ ਹੋਵੇਗਾ, ਮੇਰੀ ਮਹਿਮਾ ਹੋਵੇਗੀ, ਕਿਉਂਕਿ ਮੈਂ ਤਾਂ ਦਿੱਲੀ 'ਚ ਬੈਠਾ ਹਾਂ, ਬਾਦਸ਼ਾਹ ਮੇਰੀ ਮਾਨਤਾ ਕਰ ਰਿਹਾ ਹੈ, ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਮਹਿਮਾ ਪਰ ਹੈ ਅਨੁਜ ਕੀ ਫੀਕੀ ਛੋਟੇ ਭਰਾ ਦੀ ਜਿਹੜੀ ਅੱਜ ਮਹਿਮਾ ਹੋ ਰਹੀ ਉਹ ਫਿੱਕੀ ਪੈ ਜਾਏਗੀ। ਮੋਹ ਪ੍ਰਤਾਪ ਬਿਰਧਾਏ ਬਦੇਰਾ ਮੇਰਾ ਪ੍ਰਤਾਪ ਬਹੁਤ ਵਧੇਗਾ, ਸਾਰੀ ਦੁਨੀਆ ਵਿੱਚ ਬਾਬਾ ਰਾਮ ਰਾਏ, ਬਾਬਾ ਰਾਮ ਰਾਏ ਹੋਵੇਗੀ। ਅਜ਼ਮਤ ਤੇਰਾ ਸਨੋ ਰੰਗ ਕੇਰਾ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਮੇਰਾ ਤਾਂ ਰਸ ਬਣਿਆ ਰਹਿਣਾ ਹੈ। ਕਿਉਂ? ਕਿਉਂਕਿ ਮੇਰੇ ਕੋਲ ਕਰਾਮਾਤਾਂ ਨੇ, ਸ਼ਕਤੀਆਂ ਨੇ, ਔਰ ਮੈਂ ਦਿਖਾਉਂਦਾ ਵੀ ਹਾਂ। ਇਹੀ ਤਾਂ ਬਾਬੇ ਰਾਮ ਰਾਏ ਦੀ ਕਮੀ ਸੀ ਕਿ ਕਰਾਮਾਤਾਂ ਤੇ ਇਦਾਂ ਦਿਖਾਉਂਦਾ ਸੀ ਜਿਵੇਂ ਆ ਮਦਾਰੀ ਨਹੀਂ ਦਿਖਾਉਂਦੇ ਹੁੰਦੇ, ਜਮੂਰੇ ਵਾਲੇ, ਤਮਾਸ਼ਾ ਕਰਨ ਵਾਲੇ, ਮਿੰਟ 'ਚ ਤਿਆਰ ਹੋ ਜਾਂਦੇ, ਹਰ ਜਗ੍ਹਾ ਤੇ, ਹਰ ਚੌਂਕ 'ਚ ਹੀ ਖੜੇ ਹੋ ਜਾਂਦੇ। 7ਵੇਂ ਪਾਤਸ਼ਾਹ ਇਸ ਗੱਲ ਤੋਂ ਵੀ ਨਾਰਾਜ਼ ਹੋਏ ਸੀ। ਉਹ ਕਹਿੰਦੇ ਇਹ ਜਿਹੜੀਆਂ ਗੰਮੀ ਸ਼ਕਤੀਆਂ ਗੁਰੂ ਨਾਨਕ ਦੇ ਖਜ਼ਾਨੇ 'ਚ ਤੈਨੂੰ ਮਿਲੀਆਂ ਸੀ, ਇਹ ਕਿਸੇ ਖਾਸ ਪ੍ਰਯੋਜਨ ਵਾਸਤੇ ਸੀ। ਇਹ ਨਹੀਂ ਵੀ ਇਹਦਾ ਬਾਜ਼ਾਰ ਲਾ ਕੇ ਤੇ ਲੋਕਾਂ ਨੂੰ ਤਮਾਸ਼ਾ ਦਿਖਾਈ ਜਾਓ ਕਰਾਮਾਤਾਂ ਦਾ। ਪਰ ਬਾਬੇ ਰਾਮ ਰਾਏ ਨੇ ਤੇ ਜਿੰਨਾ, ਜਿਵੇਂ ਕਹਿੰਦੇ ਨਾ ਵੀ ਕਿਸੇ ਨੂੰ ਕੋਈ ਕਿਸੇ ਦਾ ਗੱਡਾ ਮੰਗਿਆ ਹੋਵੇ ਨਾ ਉਧਾਰਾ, ਜਾਂ ਕਿਸੇ ਦਾ ਸਾਈਕਲ ਸਕੂਟਰ ਮੰਗ ਲਈਏ ਤੇ ਉਹਨੂੰ ਫਿਰ ਕਹਿੰਦੇ ਚੰਗੀ ਤਰ੍ਹਾਂ ਘਸਾਓ, ਹੁਣ ਮੰਗਿਆ ਤੇ ਹੈ ਹੀ ਉਹਨੂੰ ਚੰਗੀ ਤਰ੍ਹਾਂ ਤੋੜ ਤਾੜ ਕੇ ਪੈਂਚਰ ਕਰਕੇ ਹੀ ਵਾਪਸ ਮੋੜਦੇ ਆ। ਸਾਡੇ ਪੰਜਾਬੀਆਂ ਦਾ ਤਾਂ ਸੁਭਾਅ ਹੀ ਹੈ ਨਾ ਵੀ ਜੇ ਹੁਣ ਕਿਸੇ ਤੋਂ ਮੰਗ ਲਿਆ ਕਿਸੇ ਦੀ ਚੀਜ਼ ਤੁਸੀਂ ਭਾਈ, ਤੇ ਉਹ ਜਿੱਦਾਂ ਲੈਂਦੀ ਹੈ ਉਹ ਤੇ ਉਦਾਂ ਸਹੀ ਸਲਾਮਤ ਵਾਪਸ ਕਰ ਦਿਓ, ਵਰਤ ਲਓ ਤੁਸੀਂ। ਪਰ ਨਾ, ਉਹ ਕਹਿੰਦੇ ਜੇ ਤੋੜ ਕੇ ਨਾ ਦਿੱਤੀ ਫਿਰ ਦੇ ਵਾਪਸ ਕਰਨ ਦਾ ਕੀ ਸਵਾਦ ਆਇਆ, ਮੰਗਣ ਦਾ ਕੀ ਸਵਾਦ ਆਇਆ। ਇਹ ਬਾਬੇ ਰਾਮ ਰਾਏ ਨੇ ਗੁਰੂ ਘਰ ਦੀਆਂ ਸ਼ਕਤੀਆਂ, ਕਰਾਮਾਤਾਂ ਜਿਹੜੀਆਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਮੰਗਵੀਆਂ ਮਿਲੀਆਂ ਸੀਗੀਆਂ, ਉਹਦਾ ਬਾਜ਼ਾਰ ਲਾ ਕੇ ਦਿੱਲੀ ਦੇ ਵਿੱਚ ਉਹਦੀ ਬੇਅਦਬੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਖੁਦ ਕਹੇ ਸੀ ਰਾਮ ਰਾਏ ਬਾਰੇ, ਕਹਿੰਦੇ ਇੱਕ ਤਾਂ ਗੁਰਬਾਣੀ ਦੀ ਤੁਕ ਉਲਟਾਉਣ ਦਾ ਬਹੁਤ ਵੱਡਾ ਬੱਜਰ ਪਾਪ ਕੀਤਾ। ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਹੜਾ ਗੁਰੂ ਦੀ ਬਾਣੀ ਦਾ ਸਤਿਕਾਰ ਨਹੀਂ ਕਰਦਾ ਉਹ ਸਾਡਾ ਸਿੱਖ ਨਹੀਂ ਹੈ। ਸਾਧ ਸੰਗਤ ਜੀ, ਉਦੋਂ ਤੇ ਇੱਕ ਰਾਮ ਰਾਏ ਸੀ, ਹੁਣ ਤੇ ਲੱਖਾਂ ਹੀ ਰਾਮ ਰਾਏ ਜੰਮ ਪਏ ਸਾਡੇ ਵਿੱਚ, ਜਿਹੜੇ ਗੁਰਬਾਣੀ ਤੋਂ ਬਿਨਾਂ ਹੋਰ ਸ਼ੰਕਾ ਹੀ ਗੱਲ ਹੀ ਨਹੀਂ ਆਉਂਦੀ, ਕੋਈ ਸ਼ੰਕੇ ਤੋਂ ਬਿਨਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਕਹਿੰਦੇ ਸਾਡੇ ਮੱਥੇ ਨਾ ਲੱਗੇ, ਜਿਹਨੇ ਬਾਣੀ ਦਾ ਅਦਬ ਨਹੀਂ ਕੀਤਾ ਉਹ ਸਾਡਾ ਵੀ ਕੁਝ ਨਹੀਂ ਲੱਗਦਾ, ਉਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈ। ਦੂਜੀ ਗੱਲ ਇਹ ਵੀ ਕਹੀ ਸੀ ਵੀ ਕਰਾਮਾਤਾਂ ਦੀ ਮੰਡੀ ਲਾਤੀ ਜਾ ਕੇ ਦਿੱਲੀ ਵਿੱਚ। ਅਸੀਂ ਤਾਂ ਕਿਹਾ ਸੀ ਵੀ ਜਿੱਥੇ ਬਹੁਤ ਕੋਈ ਵੱਡੀ ਲੋੜ ਪਵੇਗੀ ਉੱਥੇ ਕਰੀ, ਤੇਰੀ ਰਸਨਾ ਤੇ ਬੋਲਾਂਗੇ, ਬਚਨਾਂ ਨਾਲ ਹੀ ਸਿੱਧ ਕਰ ਦੇਵੀਂ। ਪਰ ਨਹੀਂ, ਉਹਨੇ ਇਦਾਂ ਕੀਤਾ। ਮਹਾਰਾਜ ਇੱਥੇ ਗੁਰਪ੍ਰਤਾਪ ਵਿੱਚ ਕਥਾ ਆਈ ਹੈ, ਪਿੱਛੇ ਆਪਾਂ ਸੁਣੀ। ਮਹਾਰਾਜ ਕਹਿੰਦੇ ਜਿਵੇਂ ਕਿਸੇ ਨੇ ਗੱਡਾ ਕਿਸੇ ਦਾ ਉਧਾਰਾ ਮੰਗ ਲਿਆ
ਤੇ ਉਹ ਕਹਿੰਦਾ ਵੀ ਹੁਣ ਮੰਗ ਤੇ ਲਿਆਈ ਹੈ ਤੇ ਹੁਣ ਚੰਗੀ ਤਰ੍ਹਾਂ ਤੋੜ ਕੇ ਵਰਤ ਕੇ ਪੂਰੀ ਤਰ੍ਹਾਂ ਖਰਾਬ ਕਰਕੇ ਹੀ ਦੇਣਾ। ਇਸ ਤਰ੍ਹਾਂ ਇਹ ਰਾਮ ਰਾਏ ਨੇ ਗੁਰੂ ਘਰ ਦੀਆਂ ਕਰਾਮਾਤਾਂ ਚੰਗੀ ਤਰ੍ਹਾਂ ਵਰਤੀਆਂ ਹਨ। ਦੋਨੋਂ ਬਿਦਨ ਲਾਭ ਹੈ ਮੋਹੀ। ਤੇ ਬਾਬਾ ਰਾਮ ਰਾਏ ਫੇਰ ਦੇਖੋ ਹੁਣ ਉਹੀ ਸਾਜ਼ਸ਼ਾਂ ਤੇ ਆ ਗਿਆ। ਕਹਿੰਦਾ ਮੈਨੂੰ ਤੇ ਦੋਵੇਂ ਤਰ੍ਹਾਂ ਹੀ ਲਾਭ ਹੈ, ਦੋਵੇਂ ਤਰ੍ਹਾਂ ਹੀ ਫਾਇਦਾ ਹੈ। ਔਰਾ ਅਨੁਜ ਕਰੇ ਇਮ ਹੋਹੀ। ਮੈਂ ਆਪਣੇ ਛੋਟੇ ਭਰਾ ਨੂੰ ਹੌਲਾ ਕਰਕੇ ਨੀਵਾਂ ਕਰਕੇ ਦਿਖਾਣਾ ਹੈ। ਉਹਨਾਂ ਦੀ ਜਿਹੜੀ ਥੋੜੀ ਬਾਲੀ ਵਡਿਆਈ ਹੈ ਮੈਂ ਖਤਮ ਕਰ ਦਿਆਂਗਾ ਤੇ ਮੈਂ ਹੀ ਗੁਰੂ ਬਣਾਂਗਾ। ਬਸ ਇਹੀ ਗੱਲ ਰਾਮ ਰਾਏ ਦੇ ਮਨ ਵਿੱਚ ਬਾਰ-ਬਾਰ ਆਈ ਜਾਂਦੀ ਹੈ। ਇਮ ਸ਼੍ਰੀ ਰਾਮ ਰਾਏ ਨੇ ਕਹਿਓ। ਇਸ ਤਰ੍ਹਾਂ ਬਾਬੇ ਰਾਮ ਰਾਏ ਨੇ ਆਪਣੇ ਮਸੰਦਾਂ ਨਾਲ ਗੱਲ ਕੀਤੀ ਹੈ। ਸਕਲ ਮਸੰਦ ਮੇ ਵਡਨ ਲਹਿਓ। ਬਾਬੇ ਰਾਮ ਰਾਏ ਦੇ ਕੋਲ ਬੈਠੇ ਸੀ ਭਾਈ ਗੁਰਦਾਸ, ਭਾਈ ਤਾਰਾ ਚੰਦ, ਇਹ ਬਹਿਲੋ ਬੰਸੀ। ਦੂਆ ਗੁਰਦਾਸ ਹੋਇਆ। ਸਾਧ ਸੰਗਤ ਜੀ, ਗੁਰਦਾਸ ਗੁਰੂ ਘਰ ਦੇ 4 ਹੋਏ ਨੇ। ਪਹਿਲੇ ਭਾਈ ਗੁਰਦਾਸ ਜੀ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੇ ਭਤੀਜੇ, ਬੀਬੀ ਭਾਨੀ ਦੇ ਭਰਾ, ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ, ਜਿਨ੍ਹਾਂ ਦੀ ਬਾਣੀ ਗੁਰਬਾਣੀ ਦੀ ਕੁੰਜੀ ਹੈ, ਜਿਨ੍ਹਾਂ ਨੇ 40 ਵਾਰਾਂ 675 ਕਵਿਤ ਸਵਈਏ ਤੇ 6 ਸ਼ਲੋਕ ਸੰਸਕ੍ਰਿਤ ਭਾਸ਼ਾ ਵਿੱਚ ਰਚੇ ਹਨ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਹਨ। ਉਹ ਭਾਈ ਗੁਰਦਾਸ ਜੀ ਦਾ 6ਵੇਂ ਪਾਤਸ਼ਾਹ ਦੇ ਸਮੇਂ ਜੋਤੀ ਜੋਤ ਸਮਾ ਗਏ ਸਨ। ਦੂਸਰੇ ਭਾਈ ਗੁਰਦਾਸ ਹੋਏ ਨੇ ਭਾਈ ਬਹਿਲੋ ਬੰਸੀ। ਭਾਈ ਬਹਿਲੋ ਸਭ ਤੋਂ ਪਹਿਲੋਂ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ ਸੀ। ਮਾਲਵੇ ਦੇਸ਼ ਫਫੜੇ ਭਾਈ ਕੇ ਪਿੰਡ ਹੈ, ਉੱਥੋਂ ਦਾ ਉਹਨਾਂ ਦਾ ਜਨਮ ਸੀ ਤੇ ਲਾਲਾਂ ਵਾਲੇ ਦੇ ਸਖੀ ਸਰਵਰੀਏ ਦੇ ਉਪਾਸ਼ਕ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਸਿੱਖੀ ਵਿੱਚ ਲਿਆਂਦਾ ਸੀ ਤੇ ਸਰਵਰੀਏ ਦੀ ਸੇਵਾ ਛਡਾਈ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਵੀ ਸੇਵਾ ਕਰਦੇ ਰਹੇ ਤੇ ਅੱਗੋਂ ਫਿਰ ਉਹਨਾਂ ਦੇ ਪੁੱਤਰ ਪੋਤਰੇ ਗੁਰੂ ਘਰ ਦੇ ਮਸੰਦ ਬਣੇ। ਇਹ ਭਾਈ ਗੁਰਦਾਸ ਉਹਨਾਂ ਵਿੱਚੋਂ ਤੇ ਨਾਲ ਉਹਦਾ ਭਰਾ ਤਾਰਾ ਚੰਦ ਹੈ। ਤਿਸਕੇ ਬਾਕਨ ਕਹ ਸਨਮਾਨਤ। ਸਾਰੇ ਹੋਰ ਵੀ ਗੁਰੂ ਘਰ ਦੇ ਜਿਹੜੇ ਮੁਖੀਏ ਮਸੰਦ ਸੀ ਬਾਬੇ ਰਾਮ ਰਾਏ ਦੇ, ਉਹਨਾਂ ਨੇ ਰਾਮ ਰਾਏ ਦੀ ਗੱਲ ਸੁਣੀ ਤੇ ਉਹਨਾਂ ਨੇ ਸਨਮਾਨ ਦੇ ਨਾਲ ਆਖਿਆ, ਹਾਂ ਬਾਬਾ ਜੀ ਵਜਨ ਤੇ ਤੁਸੀਂ ਠੀਕ ਕਹਿੰਦੇ ਹੋ। ਤਬ ਗੁਰਦਾਸ ਹੈ ਆਦ ਬਖਾਨਤ। ਭਾਈ ਗੁਰਦਾਸ ਤਾਰਾ ਚੰਦ ਵਗੈਰਾ ਬੋਲੇ ਹਨ, ਗੌਤਮ ਤੇ ਬੁੱਧਵਾਨ ਵਿਸਾਲਾ। ਏ ਬਾਬਾ ਜੀ ਤੁਸੀਂ ਤੇ ਬੜੇ ਮਹਾਂਪੁਰਸ਼ ਹੋ, ਤੁਹਾਡੇ ਤੋਂ ਸਿਆਣਾ ਇੱਥੇ ਦੁਨੀਆ ਤੇ ਕੋਈ ਨਹੀਂ ਹੈ। ਔਰ ਸਰਬੱਗ ਸਰਬ ਹੀ ਕਾਲਾ। ਆਪ ਜੀ ਸਭ ਕੁਝ ਜਾਣੀ ਜਾਣ ਹੋ, ਸਰਬੱਗ ਹੋ, ਮਹਾਂਪੁਰਸ਼ੋ। ਹਾਨ ਲਾਭ ਜਸ ਅਪ ਜਸ ਦਾਨ। ਇਹ ਦੁਨੀਆ ਦੇ ਵਿੱਚ 2 ਚੀਜ਼ਾਂ ਹੁੰਦੀਆਂ ਨੇ, ਹਾਨੀ ਤੇ ਲਾਭ। ਜਾਂ ਨਫਾ ਹੁੰਦਾ ਹੈ ਜਾਂ ਨੁਕਸਾਨ ਹੁੰਦਾ ਹੈ, ਜਾਂ ਬੰਦੇ ਦਾ ਜਸ ਹੁੰਦਾ ਹੈ ਜਾਂ ਅਪਜਸ ਹੁੰਦਾ ਹੈ। ਇੱਕ ਗੱਲ ਹੁੰਦੀ ਹੈ, ਜਾਂ ਤਾਂ ਬੰਦੇ ਦੀ ਵਡਿਆਈ ਹੋਵੇਗੀ ਤੇ ਜਾਂ ਬੰਦੇ ਦੀ ਨਿੰਦਾ ਹੋਵੇਗੀ, ਜਾਂ ਬੰਦੇ ਨੂੰ ਕੋਈ ਨਫਾ ਹੋਵੇਗਾ ਜਾਂ ਫਿਰ ਕੋਈ ਨੁਕਸਾਨ ਹੋਵੇਗਾ। ਹਾਂਜੀ, ਗੌਰਾ ਅਰਹੋਰਾ ਜਗਹਾਨ। ਜਾਂ ਬੰਦਾ ਹੌਲਾ ਹੋਵੇਗਾ ਜਾਂ ਭਾਰਾ ਹੋਵੇਗਾ। ਯਾਨੀ ਦੁਨੀਆ ਦੇ ਵਿੱਚ 2 ਹੀ ਗੱਲਾਂ ਨੇ, ਵੀ ਇੱਕ ਤਰ੍ਹਾਂ ਬੰਦਾ ਬਹੁਤ ਹੀ ਅੱਖਾਂ ਤੋਂ ਵੀ ਹੌਲਾ ਹੋ ਜਾਵੇ, ਲੋਕਾਂ ਦੀਆਂ ਨਜ਼ਰਾਂ 'ਚ ਗਿਰ ਜਾਵੇ, ਪੈਸੇ ਵੱਲੋਂ ਧਨ ਵੱਲੋਂ ਹਰ ਚੀਜ਼ ਤੋਂ ਗਿਰ ਜਾਵੇ, ਉਹ ਹੌਲਾ ਹੋ ਗਿਆ। ਤੇ ਗੌਰਾ ਮੈਨੇ ਭਾਰਾ ਵੀ, ਉਹਦੇ ਕੋਲ ਸਾਰੀਆਂ, ਉਹਦੀ ਵਡਿਆਈ ਵੀ ਹੋਵੇ, ਕੋਈ ਪੈਸਾ ਵੀ ਹੋਵੇ, ਉਹਦੀ ਸਿਹਤ ਵੀ ਹੋਵੇ, ਉਹਦੀ ਇੱਜ਼ਤ ਵੀ ਹੋਵੇ, ਇਹਨੂੰ ਕਹਿੰਦੇ ਗੌਰਾ। ਸੋ ਦੋਵੇਂ ਹੀ ਗੱਲਾਂ ਹਨ ਦੁਨੀਆ ਦੇ ਵਿੱਚ। ਗੁਰ ਘਰ ਕੀ ਚੇਤਕ ਵਡਿਆਈ। ਗੁਰੂ ਘਰ ਦੀਆਂ ਜਿੰਨੀਆਂ ਵੀ ਵਡਿਆਈਆਂ ਬਾਬਾ ਜੀ ਹਸਤਾ ਮੁਲਜ਼ਮ ਲਖ ਹਸਦਾਈ। ਉਹ ਤੁਸੀਂ ਜਾਣਦੇ ਹੋ, ਕਿਉਂਕਿ ਤੁਸੀਂ ਮਹਾਰਾਜ 7ਵੇਂ ਪਾਤਸ਼ਾਹ ਦੇ ਵੱਡੇ ਪੁੱਤਰ ਹੋ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜ ਪੋਤਰੇ ਹੋ ਤੇ ਤੁਹਾਨੂੰ ਕੋਈ ਗੱਲ ਲੁਕੀ ਛਿਪੀ ਨਹੀਂ ਹੈ। ਅਸੀਂ ਤੁਹਾਨੂੰ ਸਮਝਾ ਨਹੀਂ ਸਕਦੇ, ਤੁਹਾਨੂੰ ਤੁਸੀਂ ਸਾਡੀ ਸਲਾਹ ਪੁੱਛੀ ਹੈ, ਵਿਚਾਰ ਪੁੱਛੀ ਹੈ, ਇਸ ਕਰਕੇ ਅਸੀਂ ਬੇਨਤੀ ਕਰ ਸਕਦੇ ਹਾਂ ਤੁਹਾਡੇ ਚਰਨਾਂ ਵਿੱਚ। ਜਮਰਾ ਵਰਕੋ ਨੀਕੋ ਹੋਏ। ਜਿਵੇਂ ਤੁਹਾਡਾ ਭਲਾ ਹੋਵੇ ਅਸੀਂ ਉਹ ਸਲਾਹ ਦੇਣੀ, ਕਿਉਂਕਿ ਸਾਨੂੰ ਸਤਿਗੁਰੂ 7ਵੇਂ ਪਾਤਸ਼ਾਹ ਤੁਹਾਡੇ ਲੜ ਲਾ ਗਏ ਹਨ। 7ਵੇਂ ਪਾਤਸ਼ਾਹ ਨੇ ਸਾਨੂੰ ਤੁਹਾਡੇ ਨਾਲ ਤੋਰਿਆ ਸੀ ਵੀ ਭਾਈ ਤਾਰਾ ਚੰਦ, ਭਾਈ ਗੁਰਦਾਸ ਤੁਸੀਂ ਬਾਬੇ ਰਾਮ ਰਾਏ ਦੇ ਨਾਲ ਰਹਿਣਾ। ਅਸੀਂ ਉਹਨਾਂ ਦਾ ਬਚਨ ਮੰਨ ਕੇ ਤੁਹਾਡੇ ਨਾਲ ਖੜੇ ਹਾਂ। ਤੇ ਮਿਚਤ ਚਾਹਤ ਹਮ ਸਭ ਕੋਏ। ਅਸੀਂ ਚਾਹਾਂਗੇ ਵੀ ਤੁਹਾਡੀ ਵਡਿਆਈ 'ਚ ਫਰਕ ਨਾ ਪਵੇ, ਅਸੀਂ ਤੁਹਾਡੀ ਸੋਭਾ ਹੀ ਚਾਹਾਂਗੇ, ਤੁਹਾਡੀ ਵਡਿਆਈ ਚਾਹਾਂਗੇ। ਚੜੇ ਆਪ ਕੇ ਬੇੜੇ ਮਾਹੇ। ਅਸੀਂ ਤੁਹਾਡੇ ਬੇੜੇ 'ਚ ਚੜ ਗਏ ਹਾਂ ਬਾਬਾ ਜੀ। ਜਿਹੜੇ ਬੇੜੇ 'ਚ ਚੜੀਏ ਨਾ ਉਹਨੇ ਹੀ ਪਾਰ ਲੰਘਾਣਾ ਹੁੰਦਾ ਤੇ ਉਹਦੀ ਖੈਰ ਮੰਗਣੀ ਪੈਂਦੀ ਹੈ।
ਤੇ ਸਾਨੂੰ ਵੱਡੇ ਮਹਾਰਾਜ ਜੀ ਸਤਵੇਂ ਪਾਤਸ਼ਾਹ ਨੇ ਤੁਹਾਡੇ ਬੇੜੇ 'ਚ ਚੜਾਇਆ ਹੈ, ਤੁਹਾਡੇ ਲੜ ਲਾਇਆ, ਤੁਹਾਡੇ ਜਿਵੇਂ ਸਪੁਰਦ ਕੀਤਾ ਹੈ। ਹਾਨ ਲਾਭ ਤੁਮਰੇ ਸੰਗ ਪਾਹੇ। ਹਾਨੀ ਹੋਵੇ ਲਾਭ ਹੋਵੇ ਤੁਹਾਡੇ ਨਾਲ, ਜੇ ਤੁਹਾਡਾ ਨੁਕਸਾਨ ਹੋਵੇਗਾ ਸਾਡਾ ਵੀ ਹੋਵੇਗਾ, ਜੇ ਤੁਹਾਡਾ ਫਾਇਦਾ ਹੋਵੇਗਾ ਸਾਡਾ ਵੀ ਹੋਵੇਗਾ। ਅਬ ਤੋ ਦੋਨੋਂ ਪ੍ਰਾਤਨ ਕੇਰਾ। ਹੁਣ ਤੇ ਦੋ ਭਰਾ ਤੁਸੀਂ ਸਕੇ, ਪਿਤਾ ਮਹਾਰਾਜ 7ਵੇਂ ਪਾਤਸ਼ਾਹ ਦੇ ਪੁੱਤਰ ਹੋ। ਨੀਕੀ ਰੀਤ ਸਮਾਜ ਕਨੇਰਾ। ਤੇ ਤੁਹਾਡੇ ਦੋਵਾਂ ਦੀ ਇਸ ਵੇਲੇ ਸੰਸਾਰ ਦੇ ਵਿੱਚ ਬੜੀ ਵਹਿਮਾ ਹੈ। ਤੁਸੀਂ ਦਿੱਲੀ 'ਚ ਬੈਠੇ ਰਾਜ ਕਰ ਰਹੇ ਹੋ, ਬਾਦਸ਼ਾਹ ਦੀ ਤਰ੍ਹਾਂ ਤੁਹਾਡਾ ਪ੍ਰਤਾਪ ਹੈ। ਦੁਨੀਆ ਤੁਹਾਨੂੰ ਗੁਰੂ ਹੀ ਮੰਨਦੀ ਹੈ। ਲੱਖਾਂ ਲੋਕ ਤੁਹਾਡੇ ਚਰਨਾਂ ਤੇ ਆ ਕੇ ਮਜਨੂ ਦੇ ਟਿੱਲੇ ਮੱਥਾ ਟੇਕਦੇ ਨੇ, ਤੁਹਾਡਾ ਸਤਿਕਾਰ ਕਰਦੇ ਨੇ। ਉਧਰੋਂ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ, ਉਹਨਾਂ ਦਾ ਵੀ ਬੜਾ ਪ੍ਰਤਾਪ ਹੈ। ਉਹ ਕੀਰਤਪੁਰ ਸਾਹਿਬ ਪਿਤਾ ਦੀ ਥਾਂ ਤੇ ਬੈਠੇ ਨੇ। ਸਜਸ ਦੋਹਨ ਕੋ ਜਗ ਮੈਂ ਫੈਲਾ। ਦੋਵਾਂ ਭਰਾਵਾਂ ਦਾ ਜਸ ਇਸ ਵੇਲੇ ਸਾਰੀ ਦੁਨੀਆ 'ਚ ਫੈਲਿਆ ਹੋਇਆ ਹੈ। ਉਜਲ ਜਥਾ ਹਿਮਾਲਿਆ ਸੈਲਾ। ਜਿਵੇਂ ਹਿਮਾਲਿਆ ਪਰਬਤ ਦੁੱਧ ਵਰਗਾ ਚਿੱਟਾ ਦਿਸਦਾ ਹੈ ਨਾ ਦੂਰੋਂ ਹਜ਼ਾਰਾਂ ਮੀਲਾਂ ਤੋਂ। ਹਿਮਾਲਿਆ ਪਰਬਤ ਹਜ਼ਾਰਾਂ ਮੀਲਾਂ ਤੋਂ ਦੂਰੋਂ ਚਮਕ ਮਾਰਦਾ ਚਿੱਟਾ ਚਾਂਦੀ ਵਰਗਾ। ਏਦਾਂ ਬਾਬਾ ਜੀ ਤੁਹਾਡੇ ਦੋਵਾਂ ਭਰਾਵਾਂ ਦੀ ਸੋਭਾ ਸਾਰੀ ਦੁਨੀਆ 'ਚ ਲਿਸ਼ਕਾਰੇ ਪਾਉਂਦੀ ਹੈ। ਜੇ ਵਿਰੋਧ ਵੱਧ ਗਇਓ ਕਨੇਰਾ। ਬਾਬਾ ਜੀ ਜੇ ਆਪਸ ਵਿੱਚ ਵਿਰੋਧ ਵੱਧ ਗਿਆ, ਉਹ ਦੋਵਾਂ ਭਾਈਆਂ ਦਾ ਵੈਰ ਵਿਰੋਧ ਬਣ ਗਿਆ, ਝਗੜਾ ਵੱਧ ਗਿਆ, ਤੇ ਆਹ ਵਡਿਆਈ ਉਹਨਾਂ ਦੀ ਤੇ ਘਟੇਗੀ, ਤੁਹਾਡੀ ਵੀ ਨਾਲ ਘਟੇਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਘਰ 'ਚ ਲੜਾਈ ਪੈ ਜੇ ਨਾ, ਭਰਾਵਾਂ ਦੇ ਵਿੱਚ ਕਲੇਸ਼ ਹੋ ਜਾਏ, ਭਾਵੇਂ ਕਿੱਡਾ ਵੱਡਾ ਖਾਨਦਾਨ ਹੋਵੇ, ਤੇ ਉਹਦੀ ਖਾਨਦਾਨ ਦੀ ਬੜੀ ਬੇਇੱਜ਼ਤੀ ਹੁੰਦੀ ਹੈ, ਅਪਮਾਨ ਹੁੰਦਾ। ਠੀਕ ਹੈ ਵੀ ਤੁਸੀਂ ਵੱਡੇ ਹੋ, ਤੁਹਾਨੂੰ ਗੱਦੀ ਨਹੀਂ ਮਿਲੀ, ਪਰ ਇਸ ਵੇਲੇ ਤੁਹਾਡੀ ਇੱਜ਼ਤ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਹੈ। ਤੇ ਜੇ ਤੁਹਾਡਾ ਵਿਰੋਧ ਵੱਧ ਗਿਆ, ਉਹਦਾ ਨੁਕਸਾਨ ਵੀ ਹੋ ਸਕਦਾ ਹੈ। ਕੋ ਜਾਣਹਿ ਕਿਮ ਹੋਗਾ ਫੇਰਾ। ਫੇਰ ਪਤਾ ਨਹੀਂ ਕੀ ਹੋਵੇਗਾ, ਕੀ ਜਾਣੀਏ ਕੀ ਭਾਣਾ ਵਰਤੇਗਾ, ਕੀ ਬਣੇਗਾ। ਐਸੀ ਬਾਤ ਕਰਨ ਬਨ ਆਵੇ ਹੈ। ਐਸੀ ਬਾਤ ਕਰਨ ਬਣ ਆਵੇ। ਬਾਬਾ ਰਾਮ ਰਾਏ ਜੀ ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਤੁਮ ਕਰਤੇ ਗਰਦਾ ਨਹਿ ਜਾਵੇ ਹੈ। ਕਿ ਤੁਹਾਡੇ ਘਰ ਚੋਂ ਗੁਰਿਆਈ ਕਿਤੇ ਹੋਰ ਨਾ ਚਲੀ ਜਾਵੇ, ਕਿਤੇ ਦੋਵਾਂ ਭਰਾਵਾਂ ਦੀ ਲੜਾਈ ਵਿੱਚ ਇਹ ਜਿਹੜੇ ਤੁਹਾਡੇ ਘਰ ਦੀ ਵਡਿਆਈ ਹੈ, ਤੁਹਾਡੇ ਪਿਤਾ ਦੀ ਪੱਗ ਹੈ, ਉਹ ਕਿਸੇ ਤੀਸਰੇ ਘਰ ਨਾ ਚਲੀ ਜਾਵੇ। ਨਾਹਤ ਸੋਢੀ ਬਾਂਛਤ ਸਾਰੇ। ਨਹੀਂ ਤਾਂ ਸਾਰੇ ਸੋਢੀ ਇਹੀ ਚਾਹੁੰਦੇ ਨੇ ਬਈ ਸਤਿਗੁਰਾਂ ਦੀ ਪੱਗ ਜਿਹੜੀ ਹੈ ਸਾਨੂੰ ਮਿਲੇ। ਸੋਢੀ ਗੁਰੂ ਰਾਮਦਾਸ ਜੀ ਦੀ ਅੰਸ਼ ਬੰਸ ਨੇ, ਸਾਰੇ ਗੁਰੂ ਬਣਨਾ ਚਾਹੁੰਦੇ ਨੇ, ਇਕੱਲੇ ਤੁਸੀਂ ਤਾਂ ਨਹੀਂ ਨਾ ਸੋਢੀ। ਧੀਰਮਲ ਵੀ ਸੋਢੀ ਹੈ, ਉਧਰ ਤੁਹਾਡਾ ਦੋ ਤਾਇਆ ਲੱਗਦਾ ਹੈ ਬਾਬਾ ਧੀਰਮਲ, ਤੇ ਗੁਰੂ ਤੇਗ ਬਹਾਦਰ ਹੈ, ਬਾਬਾ ਸੂਰਜਮਲ ਹੈ, ਉਹਦੇ ਪੁੱਤਰ ਪੋਤੇ ਹਨ, ਕਿੰਨਾ ਪਰਿਵਾਰ ਹੈ। ਫਿਰ ਬਾਬੇ ਪਿਰਥੀ ਚੰਦ ਦਾ ਪਰਿਵਾਰ ਹੈ। ਏਦਾਂ ਗੁਰੂ ਘਰ ਦਾ ਬਹੁਤ ਵੱਡਾ ਪਰਸਾਰਾ ਹੈ। ਤੇ ਤੁਸੀਂ ਸੋਚੋ ਵੀ ਕਿਤੇ ਇਹ ਗੱਦੀ ਕਿਸੇ ਹੋਰ ਸੋਢੀ ਕੋਲ ਨਾ ਚਲੀ ਜਾਵੇ। ਕਰਤਾ ਹੇਤ ਕਰਤ ਉਪਚਾਰੇ। ਉਹ ਸਾਰੇ ਹੀ ਗੁਰੂ ਬਣਨਾ ਚਾਹੁੰਦੇ ਨੇ। ਬਦੇ ਕ੍ਰੋਧ ਅਸ ਨਹਿ ਹੋਏ ਜਾਏ। ਆਪਸੀ ਲੜਾਈ, ਆਪਸੀ ਵੈਰ ਵਿਰੋਧ, ਕ੍ਰੋਧ ਤੁਹਾਡਾ ਦੋਵਾਂ ਭਰਾਵਾਂ ਦਾ ਨੁਕਸਾਨ ਨਾ ਕਰਾ ਦੇਵੇ ਕਿਤੇ। ਅਰਪਹਿ ਗੁਰਤਾ ਅਪਰ ਸੁਥਾਏ। ਕਿਤੇ ਗੁਰਿਆਈ ਕਿਸੇ ਹੋਰ ਕੋਲ ਨਾ ਚਲੀ ਜਾਵੇ, ਕਿਸੇ ਨੂੰ ਹੋਰ ਨੂੰ ਨਾ ਮਿਲ ਜਾਵੇ। ਸ਼ਾਹ ਮਹਾਬਾਦੀ ਵਿਗ੍ਰਹ ਹੈ। ਦੂਜਾ ਇਹ ਜਿਹੜਾ ਔਰੰਗਜ਼ੇਬ ਹੈ, ਇਹਦਾ ਕੋਈ ਤਵਾਰ ਨਹੀਂ, ਇਹ ਮਹਾਬਾਦੀ ਹੈ। ਇਹ ਰਾਜੇ ਮਹਾਰਾਜੇ ਨਾ ਜਿਹੜੇ ਹੁੰਦੇ ਬਾਦਸ਼ਾਹ ਲੋਕ, ਇਹ ਕਦੀ ਕਿਸੇ ਦੇ ਸਕੇ ਨਹੀਂ ਬਣਦੇ। ਚਾਣਕਿਆ ਨੇ ਲਿਖਿਆ ਵੀ ਹੈ ਰਾਜਨੀਤੀ ਦੇ ਵਿੱਚ, ਉਹ ਕਹਿੰਦਾ ਵੀ ਰਾਜੇ ਦੀ ਪ੍ਰੀਤ ਤੇ ਉਹਦਾ ਭਰੋਸਾ ਨਾ ਰੱਖੋ, ਖੇੜੇ ਵੇਲੇ ਪਲਟਾ ਮਾਰ ਜਾਣਾ। ਰਾਜੇ ਦੇ ਆਪਣੇ ਧੀਆਂ ਪੁੱਤਾਂ ਦੇ ਨਹੀਂ ਬਣਦੇ ਹੁੰਦੇ। ਰਾਜ ਦਾ ਮਸਲਾ ਹੋਵੇ ਤੇ ਭਰਾਵਾਂ ਦੇ ਨਹੀਂ ਬਣਦੇ, ਪਿਓਾਂ ਦੇ ਨਹੀਂ ਬਣਦੇ, ਧੀਆਂ ਪੁੱਤ ਮਾਰ ਕਤਲ ਹੋ ਜਾਂਦੇ ਪਰਿਵਾਰ, ਤੇ ਦੂਜਿਆਂ ਦਾ ਕੀ ਬਣਨਾ ਰਾਜਿਆਂ ਨੇ। ਇਸ ਕਰਕੇ ਔਰੰਗਜ਼ੇਬ ਬਾਦੀ ਝਗੜਾਲੂ ਹੈ। ਤੁਸੀਂ ਇਹਦੇ ਭਰੋਸੇ ਤੇ ਰਹਿ ਕੇ ਕਿਤੇ ਆਪਣੇ ਛੋਟੇ ਭਰਾ ਨਾਲ ਝਗੜਾ ਕਰਕੇ ਆਪਣੀ ਇੱਜ਼ਤ ਖਰਾਬ ਨਾ ਕਰ ਲਿਆ ਜੇ। ਜੇ ਕਿਛ ਬਿਗਨ ਤਹਾ ਹੋਇਆ ਜਾਏ। ਜੇ ਕੋਈ ਵਿਘਨ ਪੈ ਗਿਆ, ਕੋਈ ਕਲੇਸ਼ ਹੋ ਗਿਆ, ਬਾਬਾ ਜੀ ਆਪਣੀ ਗਲਤੀ ਨਿਕਲੇਗੀ। ਹਾਂਜੀ, ਤੁਮ ਹੈ ਕਲੰਕ ਚੜ ਹੈ ਨਹਿ ਜੈਸੇ। ਅਸੀਂ ਤਾਂ ਤੁਹਾਨੂੰ ਇਹ ਸਲਾਹ ਦਿੰਦੇ ਆ ਵੀ ਤੁਹਾਡੇ ਤੇ ਕੋਈ ਕਲੰਕ ਨਾ ਲੱਗ ਜਾਏ, ਕੋਈ ਧੱਬਾ ਨਾ ਲੱਗ ਜਾਏ। ਕਿਉਂ? ਤੁਸੀਂ ਵੀ ਤੇ ਮਹਾਰਾਜ 7ਵੇਂ ਪਾਤਸ਼ਾਹ ਦਾ ਵੱਡੇ ਸਾਹਿਬਜ਼ਾਦੇ ਹੋ, ਵੱਡੇ ਪੁੱਤਰ ਹੋ। ਸਾਡੇ ਵਾਸਤੇ ਦੋਵੇਂ ਭਰਾ ਇੱਕੋ ਜੇ, ਪਰ ਸਾਨੂੰ ਮਹਾਰਾਜ ਨੇ ਤੁਹਾਡੇ ਲੜ ਲਾਇਆ। ਅਸੀਂ ਤੁਹਾਡੀ ਭਲੀ ਸੋਚਦੇ ਹਾਂ। ਕਰਨੋ ਬਨੈ ਆਪ ਕੋ ਤੈਸੇ।
ਵਸੇ। ਆਪ ਜੀ ਨੂੰ ਉਹ ਕੰਮ ਕਰਨਾ ਚਾਹੀਦਾ ਬਾਬਾ ਜੀ ਜਿਹਦੇ ਨਾਲ ਦੋਵਾਂ ਭਰਾਵਾਂ ਦੀ ਇੱਜ਼ਤ ਬਣੀ ਰਵੇ, ਤੁਹਾਡਾ ਘਰ ਚੱਲਦਾ ਰਵੇ। ਗੁਰਿਆਈ ਗੱਦੀ ਤੇ ਤੁਸੀਂ ਵੀ ਆਪਣਾ ਬਾਣੀ ਦਾ ਪ੍ਰਚਾਰ ਕਰੀ ਜਾਓ ਇੱਥੇ ਦਿੱਲੀ ਦੇ ਵਿੱਚ। ਤੇ ਛੋਟੇ ਹਨ ਸ੍ਰੀ ਹਰਕ੍ਰਿਸ਼ਨ ਜੀ, ਉਹਨਾਂ ਦੀ ਤਾਂ ਉਮਰ ਹੀ 5.5 ਸਾਲ ਦੀ ਹੈ। ਉਹ ਉੱਥੇ ਕੀਰਤਪੁਰ ਸਾਹਿਬ ਬੈਠੇ ਨੇ, ਬੈਠੇ ਰਹਿਣ ਦਿਓ। ਕਰਹਿ ਬਾਤ ਜਬ ਨੌ ਰੰਗ ਮਹਾ। ਜੇ ਔਰੰਗਜ਼ੇਬ ਕੋਈ ਵਾਦ ਵਿਵਾਦ ਕਰੇਗਾ, ਕੋਈ ਝਗੜਾ ਕਰੇਗਾ, ਲਗਹਿ ਬਿਗਾੜਨ ਜੋ ਕਿਛ ਤਹਾ। ਤੇ ਕੋਈ ਉੱਥੇ ਵਿਗਾੜ ਕਰੇਗਾ, ਮੰਨ ਲਓ ਜੇ ਫੌਜਾਂ ਭੇਜੇਗਾ, ਤਾਂ ਉਹ ਤੁਹਾਡੇ ਪਿਤਾ ਜੀ ਦੀ, ਦਾਦੇ ਪੜਦਾਦੇ ਜੀ ਦੀ ਧਰਤੀ ਦੀ ਬੇਅਦਬੀ ਨਹੀਂ ਹੋਵੇਗੀ। ਕੀਰਤਪੁਰ ਸਾਹਿਬ ਹੈ, ਜੇ ਉੱਥੇ ਫੌਜਾਂ ਜਾਣਗੀਆਂ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉੱਥੇ ਉਹਨਾਂ ਦੀ ਯਾਦਗਾਰ ਹੈ ਪਤਾਲਪੁਰੀ, ਤੁਹਾਡੇ ਪਿਤਾ ਜੀ ਦੀ ਉੱਥੇ ਸਮਾਧੀ ਹੈ, ਤੁਹਾਡੇ ਦਾਦਾ ਜੀ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ, ਉਹਨਾਂ ਮਹਾਂਪੁਰਸ਼ਾਂ ਦੇ ਸਥਾਨਾਂ ਦੀ ਬੇਅਦਬੀ ਹੋਵੇਗੀ। ਔਰੰਗਜ਼ੇਬ ਨੇ ਕੋਈ ਲਿਹਾਜ਼ ਥੋੜਾ ਕਰਨਾ। ਤੇ ਤੁਸੀਂ ਆਪਸ ਵਿੱਚ ਇਹ ਕਲਾ ਕਲੇਸ਼ ਵਾਲੀ ਗੱਲ ਨਾ ਸੋਚੋ। ਕਰਹਿ ਅਜੋਗ ਤੁਰਕ ਗਨ ਕਹੇ। ਹਾਂ, ਜੇ ਥੋੜਾ ਜਿਹਾ ਤੁਸੀਂ ਕਿਹਾ ਨਾ, ਤੇ ਔਰੰਗਜ਼ੇਬ ਤੁਰਕ ਨੇ ਬਹੁਤ ਜ਼ਿਆਦਾ ਕਰ ਦੇਣਾ। ਉਹਨੇ ਤੇ ਬਹਾਨਾ ਲੱਭ ਲੈਣਾ। ਕੱਲ ਨੂੰ ਕੋਈ ਗੱਲ ਹੋ ਵੀ ਗਈ ਤੇ ਉਹਨੇ ਆਖਣਾ ਮੈਨੂੰ ਤੇ ਬਾਬੇ ਰਾਮ ਰਾਏ ਨੇ ਕਿਹਾ ਸੀ। ਉਹਦੇ ਤੇ ਆਪ ਪੱਲਾ ਝਾੜ ਲੈਣਾ, ਤੇ ਬਦਨਾਮੀ ਕਿਹਦੀ ਹੋਣੀ ਹੈ? ਸੰਗਤਾਂ ਗੁਰੂ ਨਾਨਕ ਦੀਆਂ ਕੀ ਕਹਿਣਗੀਆਂ ਵੀ ਵੱਡੇ ਭਰਾ ਨੇ ਛੋਟੇ ਭਰਾ ਦਾ ਘਰ ਉਜਾੜ ਦਿੱਤਾ, ਗੁਰੂ ਘਰ ਤੇ ਹਮਲਾ ਕਰਵਾਤਾ, ਕੀਰਤਪੁਰ ਸਾਹਿਬ ਨੁਕਸਾਨ ਹੋ ਗਿਆ। ਬਾਬਾ ਰਾਮ ਰਾਏ ਜੀ ਥੋੜਾ ਜਿਹਾ ਸੋਚ ਵਿਚਾਰ ਕੇ ਕੰਮ ਕਰੀਏ, ਕਦਮ ਪੁੱਟੀਏ, ਕਿਤੇ ਇਹ ਨਾ ਹੋਵੇ ਵੀ ਬਣੀ ਬਣਾਈ ਇੱਜ਼ਤ ਘਰ ਦੀ ਮਿੱਟੀ 'ਚ ਰਲ ਜਾਵੇ। ਅਸਨਹ ਹੋਏ ਬਸ ਨਾ ਤੁਮ ਰਹੇ। ਐਸਾ ਨਾ ਹੋਵੇ ਵੀ ਬਾਬਾ ਰਾਮ ਰਾਏ ਜੀ ਤੁਹਾਡੇ ਹੱਥੋਂ ਹੀ ਕੰਮ ਨਿਕਲ ਜਾਵੇ। ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਘਰ ਦੇ ਖਿਲਾਫ, ਆਪਣੇ ਛੋਟੇ ਭਰਾ ਦੇ ਖਿਲਾਫ ਫੁਸਲਾਓਗੇ ਤਾਂ ਉਹਦੇ ਵਿੱਚ ਛੋਟੇ ਭਰਾ ਦੇ ਨੁਕਸਾਨ ਦੇ ਨਾਲ ਨਾਲ ਤੁਹਾਡਾ ਵੀ ਬੜਾ ਨੁਕਸਾਨ ਹੋਵੇਗਾ। ਜਥਾ ਮਤੰਗ ਬਲੀ ਕੀ ਸੁੰਡਾ। ਆ ਜਿਵੇਂ ਕਹਿੰਦੇ ਕਿਸੇ ਮਸਤ ਤਗੜੇ ਬਲੀ ਹਾਥੀ ਦੀ ਸੁੰਡ ਵਿੱਚ ਦੇ ਪਕਰਾਏ ਪ੍ਰਥਮ ਤੇ ਡੰਡਾ। ਕੋਈ ਡੰਡਾ ਫੜਾ ਦੇਵੇ, ਹਾਥੀ ਨੂੰ ਡੰਡਾ ਫੜਾ ਦੇ, ਹਾਥੀ ਫੜਦਾ ਡੰਡਾ ਸੁੰਡ ਵਿੱਚ ਫੜ ਲੈਂਦਾ। ਤੇ ਹਾਥੀ ਦੀ ਸੁੰਡ 'ਚ ਕੋਈ ਡੰਡਾ ਫੜਾ ਦੇਵੇ ਪੁਨਹ ਮੁਚਾਵਨ ਚਾਹੇ ਕੋਈ। ਤੇ ਫਿਰ ਛਡਾਣਾ ਚਾਹੇ, ਹਾਥੀ ਕੋਲੋਂ ਡੰਡਾ ਆਪ ਹੀ ਫੜਾ ਕੇ ਫਿਰ ਕਹੇ ਮੈਂ ਛੁਡਾ ਲਵਾਂ, ਵੀ ਹਾਥੀ ਨੂੰ ਡੰਡਾ ਦੇ ਕੇ ਹੁਣ ਛੁਡਾਇਆ ਥੋੜਾ ਜਾਣਾ। ਔਰੰਗਜ਼ੇਬ ਹਾਥੀ ਹੈ, ਬਲੀ ਹੈ, ਤੇ ਤੁਸੀਂ ਆਪਣੇ ਘਰ ਦੇ ਭੇਤ ਉਹਦੇ ਸਾਹਮਣੇ ਜਦੋਂ ਦਿਓਗੇ ਤੇ ਗੁਰੂ ਘਰ 'ਚ ਲੜਾਈ ਪਏਗੀ। ਉਹ ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਫਿਰ ਦੋਵਾਂ ਭਰਾਵਾਂ ਨੂੰ ਕਿਨਾਰੇ ਕਰੇਗਾ। ਉਹਦਾ ਗੁਰੂ ਨਾਨਕ ਦੇ ਪੰਥ ਨੂੰ ਹੀ ਖਤਮ ਕਰਨਾ ਚਾਹੁੰਦਾ, ਉਹਦਾ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ। ਤੁਸੀਂ ਸਮਝੋ ਇਸ ਗੱਲ ਨੂੰ ਬਾਬਾ ਜੀ। ਤੇ ਮੇਰੇ ਖਿਆਲ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਆ ਵੀ ਤੁਸੀਂ ਮੇਰੇ ਖਿਆਲ ਵਿੱਚ ਇਸ ਲੜਾਈ ਨੂੰ, ਇਸ ਝਗੜੇ ਨੂੰ ਨਾ ਛੇੜੋ। ਕਿ ਮਛੂਟ ਹੈ ਗਹਲੀਨ ਸਜੋਈ। ਹਾਂ, ਜੇ ਕਿਤੇ ਬਾਦਸ਼ਾਹ ਦੇ ਹੱਥ ਸਾਡੀ ਕੋਈ ਨਬਜ ਆ ਗਈ, ਉਹ ਛੁੱਟਣੀ ਨਹੀਂ ਫਿਰ ਸਾਡੇ ਕੋਲੋਂ। ਆਪਣੇ ਹੱਥੀਂ ਆਪਣੀ ਦਾੜੀ ਉਹਦੇ ਹੱਥ ਨਾ ਫੜਾਈਏ। ਐਸੀ ਬਾਤ ਨਹੀਂ ਕੁਛ ਕੀਜੈ। ਐਸੀ ਕੋਈ ਗੱਲ ਨਾ ਕਰੋ। ਸਾਧ ਸੰਗਤ ਜੀ ਦੇਖੋ, ਅੱਜ ਵੀ ਅਸੀਂ ਜਿਹੜੇ ਗੁਰੂ ਕੇ ਸਿੱਖ ਕਹਾਉਣ ਵਾਲੇ ਆ ਨਾ, ਆਪਣੀ ਦਾੜੀ ਦੂਜਿਆਂ ਨੂੰ ਫੜਾਉਂਦੇ ਆ। ਸਾਡੇ ਘਰ ਦਾ ਕੋਈ ਮਸਲਾ ਹੋਵੇ ਤੇ ਰੌਲਾ ਮੀਡੀਆ ਤੇ ਪਾਉਂਦੇ ਆ ਅਸੀਂ, ਤੇ ਦੂਜੇ ਲੋਕ ਜਿਹੜੇ ਦੂਜੀਆਂ ਕੌਮਾਂ ਦੇ ਨਾ, ਉਹ ਫਿਰ ਸਾਡੇ ਤੇ ਵਿਅੰਗ ਕੱਸਦੇ ਆ, ਵੇਖੋ ਜੀ ਆਹ ਸਿੱਖਾਂ ਦਾ ਹਾਲ ਹੈ, ਆਹ ਸਿੱਖਾਂ ਦਾ ਹਾਲ ਹੈ, ਆਹ ਸਿੱਖਾਂ ਦਾ ਹਾਲ ਹੈ। ਤੇ ਇਹ ਹੋਣਾ ਨਹੀਂ ਚਾਹੀਦਾ। ਜੇ ਤੇ ਗੁਰੂ ਨਾਲ ਪਿਆਰ ਹੈ, ਭਾਈ ਗੁਰਦਾਸ ਜੀ ਭਾਈ ਬਹਿਲੋ ਦੇ ਪੋਤਰੇ ਸਨ, ਉਹ ਬਾਬਾ ਰਾਮ ਰਾਏ ਜੀ ਨੂੰ ਸਲਾਹ ਦੇ ਰਹੇ ਨੇ, ਕਹਿੰਦੇ ਦੇਖੋ ਕਿ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਗੁਰੂ ਘਰ ਦੀ ਬੜੀ ਬਦਨਾਮੀ ਹੋਵੇਗੀ। ਜਿਸ ਤੇ ਲੱਗਦਾ ਆਪਣਾ ਲਖੀਜੈ। ਇਹਦੇ ਵਿੱਚ ਬਾਬਾ ਜੀ ਆਪਣੀ ਬੇਇੱਜ਼ਤੀ ਹੋਣੀ ਹੈ, ਦੋਵਾਂ ਭਰਾਵਾਂ ਦੀ ਬੇਇੱਜ਼ਤੀ ਹੋਣੀ ਹੈ, ਗੁਰੂ ਨਾਨਕ ਦੇ ਪੰਥ ਦੀ, ਗੁਰੂ ਨਾਨਕ ਦੀ ਗੱਦੀ ਦੀ ਬੇਇੱਜ਼ਤੀ ਹੋਣੀ ਹੈ, ਤੁਹਾਡੇ ਪਿਤਾ ਜੀ ਦੀ ਪੱਗ ਦਾ ਵੀ ਸਵਾਲ ਹੈ। ਤੇ ਤੁਸੀਂ ਬੜੀ ਦੂਰ ਅੰਦੇਸੀ ਤੋਂ ਕੰਮ ਲਵੋ, ਕਾਲੇ ਪੈ ਕੇ ਇਦਾਂ ਨਾ ਕਰੋ। ਰਾਵਰ ਕੀ ਚਾਹਤ ਭਲਾਈ। ਅਸੀਂ ਤੁਹਾਡਾ ਭਲਾ ਚਾਹੁੰਦੇ ਹਾਂ। ਸਾਨੂੰ ਸਤਿਗੁਰੂ ਜੀ ਨੇ, ਗੁਰੂ ਮਹਾਰਾਜ 7ਵੇਂ ਪਾਤਸ਼ਾਹ ਨੇ ਤੁਹਾਡੇ ਨਾਲ ਤੋਰਿਆ ਸੀ ਦਿੱਲੀ ਤੁਰਨ ਲੱਗਿਆ। ਅਸੀਂ ਉਹਨਾਂ ਦੇ ਬਚਨ ਮੰਨ ਕੇ ਤੁਹਾਡੇ ਬੇੜੇ ਤੇ ਸਵਾਰ ਹਾਂ। ਅਸੀਂ ਤੁਹਾਨੂੰ ਹੀ ਗੁਰੂ ਮੰਨਦੇ ਹਾਂ। ਪਰ ਗੱਲ ਇਹ ਹੈ ਬਾਬਾ ਜੀ, ਅਸੀਂ ਤੁਹਾਡੀ ਹਾਨੀ ਹੋਣ ਨਹੀਂ ਦੇਣੀ ਚਾਹੁੰਦੇ। ਤੇ ਜੇ ਤੁਸੀਂ ਸਾਡੀ ਸਲਾਹ ਪੁੱਛੀ ਹੈ ਤਾਂ ਫਿਰ ਸਾਡੀ ਸਲਾਹ ਤਾਂ ਇਹੀ ਹੈ ਵੀ ਕੋਈ ਵੀ ਕਦਮ ਪੁੱਟਣ ਤੋਂ ਪਹਿਲਾਂ 100 ਵਾਰੀ ਸੋਚੋ। ਇਸ ਕਾਰਨ ਤੇ ਭਾਖ ਸੁਣਾਈ। ਅਸੀਂ ਤੁਹਾਨੂੰ, ਤੁਸੀਂ ਪੁੱਛਿਆ ਤੇ ਦੱਸਣਾ ਸਾਡਾ ਫਰਜ਼ ਹੈ।
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਸਾਨੂੰ ਤੁਹਾਡੇ ਨਾਲ ਪਹਿਰੇ ਤੇ ਲਾਇਆ। ਉਹਨਾਂ ਦੇ ਹੁਕਮ ਵਿੱਚ ਅਸੀਂ ਤੁਹਾਡੇ ਨਾਲ ਸੇਵਾ ਨਿਭਾ ਰਹੇ ਹਾਂ ਤੇ ਅਸੀਂ ਰਹਿਣਾ ਵੀ ਤੁਹਾਡੇ ਨਾਲ। ਅਸੀਂ ਤੁਹਾਡਾ ਪੱਲਾ ਨਹੀਂ ਛੱਡਣਾ, ਕਿਉਂਕਿ ਸਾਨੂੰ ਮਹਾਰਾਜ ਸਤਵੇਂ ਪਾਤਸ਼ਾਹ ਦਾ ਹੁਕਮ ਹੋਇਆ। ਪਰ ਗੱਲ ਇਹ ਨਹੀਂ, ਗੱਲ ਇਹ ਵੀ ਹੈ ਵੀ ਤੁਹਾਨੂੰ ਅਸੀਂ ਗਲਤ ਸਲਾਹ ਦਈਏ, ਕੋਈ ਗਲਤ ਕੰਮ ਹੋ ਜੇ ਅਸੀਂ ਵਿੱਚ ਦੋਸ਼ੀ ਬਣਾਂਗੇ। ਤਬ ਸ਼੍ਰੀ ਰਾਮ ਰਾਏ ਸੁਨ ਕਹਿਓ। ਬਾਬਾ ਰਾਮ ਰਾਏ ਜੀ, ਭਾਈ ਗੁਰਦਾਸ, ਭਾਈ ਤਾਰਾ ਚੰਦ ਅਤੇ ਹੋਰ ਮਸੰਦਾਂ ਦੀਆਂ ਗੱਲਾਂ ਸੁਣ ਕੇ ਕਹਿਣ ਲੱਗੇ, ਇਮ ਨਾ ਹੋਏ ਜਿਮ ਤੁਮ ਮਨ ਲਹਿਓ। ਨਹੀਂ 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 ਭਾਈ ਗੁਰਦਾਸ ਜੀ, ਇਦਾਂ ਨਹੀਂ ਹੋ ਸਕਦਾ। ਜੋ ਤੁਸੀਂ ਸੋਚਦੇ ਹੋ ਇਦਾਂ ਥੋੜਾ ਹੋਵੇਗਾ, ਇਦਾਂ ਨਹੀਂ ਹੋ ਸਕਦੀ। ਜੋ ਤੁਸੀਂ ਇੰਨੀ ਦੂਰ ਸੋਚ ਲਿਆ ਵੀ ਸਾਡੀ ਦੋਵਾਂ ਭਰਾਵਾਂ ਦੀ ਲੜਾਈ ਹੋ ਜਾਏਗੀ ਤੇ ਬੇਇੱਜ਼ਤੀ ਹੋ ਜਾਏਗੀ, ਇੱਥੋਂ ਤੱਕ ਨਹੀਂ ਮੈਂ ਗੱਲ ਵਿਗੜਨ ਦਿਆਂਗਾ। ਹਾਂਜੀ, ਸ਼੍ਰੀ ਨਾਨਕ ਜੀ ਨੀ ਕੀ ਕਰੈ। ਗੁਰੂ ਨਾਨਕ ਜੀ ਠੀਕ ਹੀ ਕਰਨਗੇ, ਕਹਿੰਦਾ ਬਾਬਾ ਰਾਮ ਰਾਏ। ਕਹਿੰਦਾ ਗੁਰੂ ਨਾਨਕ ਠੀਕ, ਥੋੜਾ ਜਿਹਾ ਤਾਂ ਮੈਂ ਤਾ ਦਿਆਂਗਾ ਭਰਾ ਆਪਣੇ ਨੂੰ, ਪਰ ਮੈਂ ਇੱਥੋਂ ਤੱਕ ਗੱਲ ਵੀ ਨਹੀਂ ਵਿਗੜਨ ਦਿਆਂਗਾ। ਅਦਕ ਵਿਰੋਧ ਨਹੀਂ ਹਮ ਧਰੈ। ਅਸੀਂ ਬਹੁਤਾ ਲੰਮਾ ਚੌੜਾ ਵਿਰੋਧ ਨਹੀਂ ਕਰਨਾ। ਅਸੀਂ ਤਾਂ ਇੰਨਾ ਕੀ ਕਰਨਾ ਹੈ ਵੀ ਛੋਟੇ ਨੂੰ ਥੋੜਾ ਜਿਹਾ ਸਾਈਡ ਤੇ ਕਰਨ ਵਾਸਤੇ ਤੇ ਗੁਰਤਾ ਗੱਦੀ ਸਾਂਭਣ ਵਾਸਤੇ ਕਰਨਾ। ਜਦੋਂ ਉਹ ਖਾਲੀ ਹੋ ਗਿਆ, ਉਹ ਮੇਰੇ ਕੋਲ ਆ ਕੇ ਕਹੇਗਾ ਭਰਾ ਜੀ ਜਿਵੇਂ ਤੂੰ ਕਹੇਗਾ ਉਵੇਂ ਕਰਨਾ, ਤੇ ਮੈਂ ਉਹਨੂੰ ਛੋਟੇ ਭਰਾ ਨੂੰ ਕੋਈ ਜਾਨ ਤੋਂ ਥੋੜਾ ਮਾਰਾਂਗਾ। ਮੈਂ ਤਾਂ ਸਿਰਫ ਆਪਣੀ ਗੱਦੀ ਦਾ ਜਿਹੜਾ ਮਸਲਾ ਉਹ ਹੱਲ ਕਰਨਾ, ਇਸ ਤੋਂ ਵੱਧ ਕੇ ਨਹੀਂ ਹੋਵੇਗਾ ਕੁਝ ਵੀ। ਇਮ ਕਹਿ ਕਰਨਾ ਰੰਗ ਸਿਖਰਾਵੈ। ਇਸ ਤਰ੍ਹਾਂ ਰੰਗ ਜੇ ਉਹਨੂੰ ਇਸ ਤਰੀਕੇ ਨਾਲ ਸਿਖਾਵਾਂਗਾ। ਇੱਕ ਵਾਰ ਜਮ ਇਹਾ ਬੁਲਾਵੈ। ਇੱਕ ਵਾਰੀ ਤਾਂ ਮੈਂ ਗੁਰੂ ਹਰਕ੍ਰਿਸ਼ਨ ਨੂੰ ਦਿੱਲੀ ਬੁਲਾਵਾਂਗਾ, ਜ਼ਰੂਰ ਮਜਬੂਰ ਕਰਾਂਗਾ ਵੀ ਦਿੱਲੀ ਆਉਣਗੇ। ਜਥਾ ਸਦਨ ਹਮ ਨਿਕਸੇ ਬੈਸੇ। ਜਿਵੇਂ ਮੈਂ ਘਰੋਂ ਨਿਕਲਿਆ ਬੈਠਾ, ਮੈਨੂੰ ਕਿਹੜਾ ਨੀਂਦ ਆਉਂਦੀ ਹੈ ਕੀਰਤਪੁਰ ਤੋਂ ਬਿਨਾਂ। ਉੱਥੇ ਐਡੇ ਸਾਡੇ ਕਿਲੇ ਕੋਟ, ਸਾਡਾ ਨਗਰ ਵਸਿਆ ਹੋਇਆ, ਘਰ-ਬਾਰ ਬਣਿਆ ਹੋਇਆ, ਤੇ ਮੈਂ ਇੱਥੇ ਦਿੱਲੀ ਜਮਨਾ ਦੇ ਕੰਢੇ ਤੇ ਬੈਠਾ ਤੇ ਮੇਰਾ ਮਨ ਦੁਖੀ ਇਸ ਗੱਲ ਤੋਂ। ਜਿਵੇਂ ਮੈਂ ਘਰੋਂ ਨਿਕਲਿਆ, ਇੱਕ ਵਾਰੀ ਹਰਕ੍ਰਿਸ਼ਨ ਨੂੰ ਵੀ ਘਰੋਂ ਕੱਢਾਂਗਾ। ਸ਼੍ਰੀ ਹਰਿਕ੍ਰਿਸ਼ਨ ਅਨਾਵੋ ਐਸੇ। ਏਦਾਂ ਮੈਂ ਸ੍ਰੀ ਹਰਕ੍ਰਿਸ਼ਨ ਸਾਹਿਬ ਨੂੰ ਇੱਥੇ ਮੰਗਵਾਵਾਂਗਾ ਇੱਕ ਵਾਰੀ। ਸੋਭ ਆਏ ਦਿੱਲੀ ਕਹ ਦਰਸੈ। ਇੱਕ ਵਾਰੀ ਉਹ ਵੀ ਦਿੱਲੀ ਵੇਖ ਲੈਣ ਆ ਕੇ। ਬੋਲਣ ਤੁਰਕਨ ਸਾਥ ਸਪਰਸ਼ੈ। ਤੁਰਕਾਂ ਨਾਲ ਬੋਲਣਾ ਮਿਲਣਾ, ਪਤਾ ਲੱਗੇ ਵੀ ਕਿਵੇਂ ਤੁਰਕਾਂ ਨਾਲ ਗੱਲਬਾਤ ਕਰੀਦੀ ਹੈ। ਮੋਹ ਸਮਾਨ ਕਰ ਹੈ ਸਭ ਆਏ। ਜੋ ਮੈਂ ਕੀਤਾ ਸੀ ਨਾ ਆ ਕੇ, ਇਵੇਂ ਉਹਨਾਂ ਨੂੰ ਵੀ ਥੋੜਾ ਬਸ ਕੰਮ ਕਰਨਾ ਪਵੇ। ਕਹਿ ਕੀਰਤਪੁਰ ਦੇਸ ਪਲਾਏ। ਜਾਂ ਫਿਰ ਜੇ ਨਹੀਂ ਇੱਥੇ ਆਉਣਗੇ ਤੇ ਕੀਰਤਪੁਰ ਛੱਡ ਕੇ ਕਿਤੇ ਹੋਰ ਜਾਣ, ਫਿਰ ਕੀਰਤਪੁਰ ਤਾਂ ਨਾ ਰਹਿਣ ਕਮ ਸੇ ਕਮ। ਦੋ ਮੈਂ ਕਰਹੋ ਇੱਕ ਜ਼ਰੂਰ। ਮੈਂ ਇੱਕ ਕੰਮ ਤੇ ਜ਼ਰੂਰ ਕਰਾਂਗਾ। ਸਾਧ ਸੰਗਤ, ਜਦੋਂ ਬੰਦਾ ਹੰਕਾਰੀ ਹੋ ਜਾਂਦਾ ਨਾ, ਉਦੋਂ ਫਿਰ ਕਿਸੇ ਦੀ ਸਲਾਹ ਨਹੀਂ ਸੁਣਦਾ, ਕਿਸੇ ਦੀ ਸਲਾਹ ਮੰਨਦਾ ਨਹੀਂ। ਰਾਮ ਰਾਏ ਦੇ ਅੰਦਰ ਇਹ ਈਰਖਾ ਹੰਕਾਰ ਇੱਥੋਂ ਤੱਕ ਹੋ ਗਿਆ ਵੀ ਆਪਣੇ ਮਸੰਦਾਂ ਦੀ ਸਲਾਹਕਾਰਾਂ ਦੀ ਸਲਾਹ ਨੂੰ ਵੀ ਠੁਕਰਾ ਦਿੱਤਾ। ਤਾਂ ਮੇਰੀ ਭਾਵਨ ਹੋਏ ਪੂਰ। ਤਾਂ ਮੇਰੀ ਭਾਵਨਾ ਪੂਰੀ ਹੋਵੇਗੀ ਜਦੋਂ ਇੱਕ ਵਾਰੀ ਮੈਂ ਗੁਰੂ ਹਰਕ੍ਰਿਸ਼ਨ ਨੂੰ ਕੀਰਤਪੁਰ ਤੋਂ ਉਖਾੜਾਂਗਾ। ਤੁਮ ਸਿਆਣੇ ਹੋ ਕਰੋ ਵਿਚਾਰ। ਆ ਬਈ ਤੁਸੀਂ ਸਿਆਣੇ ਮਸੰਦ ਹੋ, ਗੁਰੂ ਘਰ ਦੇ ਮੁਖੀਏ ਹੋ, ਤੁਸੀਂ ਵਿਚਾਰ ਕਰੋ। ਜੇ ਨਾ ਕਰੋ ਮੈਂ ਇਸ ਵਿਦਕਾਰ। ਜੇ ਮੈਂ ਇਸ ਤਰ੍ਹਾਂ ਨਾ ਕਰਾਂ ਤਾਂ ਫਿਰ ਮੇਰੀ ਕੀ ਇੱਜ਼ਤ ਹੋਈ, ਮੇਰੀ ਕੀ ਵੈਲਿਊ ਹੋਈ। ਹਾਂਜੀ, ਤਾਂ ਮੇਰੋ ਨਿਸ਼ਫਲ ਫਲ ਤਾਂ ਅਹ। ਮੇਰੀ ਇੰਨੀ ਤਾਕਤ ਦਾ ਕੀ ਫਾਇਦਾ ਜੇ ਮੈਂ ਘੱਟੋ ਘੱਟ ਆਪਣੇ ਵਿਰੋਧੀਆਂ ਨੂੰ ਥੋੜਾ ਜਿਹਾ ਸਬਕ ਨਾ ਸਿਖਾਵਾਂ। ਤੇ ਔਰੰਗਜ਼ੇਬ ਦੇ ਕੋਲ ਬਹਿਣ ਦਾ, ਇੱਥੇ ਇੰਨੇ ਸਾਲ ਰਹਿਣ ਦਾ, ਔਰੰਗਜ਼ੇਬ ਦੇ ਨਾਲ ਦੋਸਤੀ ਕਰਨ ਦਾ ਕੀ ਫਾਇਦਾ ਹੈ। ਜੇ ਨਿਸ਼ਚਿੰਤ ਅਨੁਜ ਮਮ ਰਹਾ। ਜੇ ਮੇਰਾ ਭਰਾ ਸੁੱਖ ਦੀ ਨੀਂਦ ਸੌਵੇਂ ਤੇ ਮੈਂ ਇੱਥੇ ਬਾਹਰ ਘਰੋਂ ਬੇਘਰ ਹੋਇਆ ਫਿਰਾਂ, ਫਿਰ ਮੇਰੀ ਤਾਕਤ ਦਾ ਕੋਈ ਫਾਇਦਾ ਨਹੀਂ ਹੈ। ਗੁਰਤਾ ਗਾਦੀ ਕੋ ਅਧਿਕਾਰੇ। ਗੁਰਤਾ ਗੱਦੀ ਦਾ ਜੋ ਅਧਿਕਾਰ ਹੈ ਫਤੋ ਸਮੇਰੋ ਜਾਣਤ ਸਾਰੇ। ਉਹ ਤੇ ਮੇਰਾ ਹੀ ਹੈ, ਸਾਰੀ ਦੁਨੀਆ ਜਾਣਦੀ ਹੈ। ਵੱਡਾ ਪੁੱਤਰ ਮੈਂ ਆ, ਯੋਗ ਮੈਂ ਆ। ਮੈਨੂੰ ਆਪ ਪਿਤਾ ਜੀ ਨੇ ਸਾਰੀ ਤਾਕਤ ਦੇ ਕੇ ਦਿੱਲੀ ਭੇਜਿਆ ਹੈ, ਤੇ ਗੁਰਿਆਈ ਕਿ ਦੂਜਾ ਕਿਉਂ ਲੈ ਜਾਵੇ। ਸ਼੍ਰੀ ਹਰਿਕ੍ਰਿਸ਼ਨ ਲੀਨ ਸੋ ਗਾਦੀ। ਉਹ ਗੱਦੀ ਛੋਟੇ ਭਰਾ ਸ੍ਰੀ ਹਰਿਕ੍ਰਿਸ਼ਨ ਨੇ ਲੈ ਲਈ ਹੈ। ਬਹਰੋ ਪਏ ਪਰਸਪਰ ਬਾਦੀ। ਤੇ ਆਪਸ ਵਿੱਚ ਸਾਡਾ ਭਾਈਆਂ ਦਾ ਹੁਣ ਵਿਰੋਧ ਹੈ, ਗੱਦੀ ਦਾ ਵਿਰੋਧ ਹੈ, ਹੋਰ ਤਾਂ ਕੋਈ ਵਿਰੋਧ ਨਹੀਂ। ਜੇ ਗੱਦੀ ਮੇਰੀ ਛੱਡ ਦੇਵੇ ਤੇ ਮੈਂ ਉਹਨੂੰ ਕੀ ਕਹਿਣਾ। ਹਾਂਜੀ, ਤੋ ਤੂਸ਼ਨ ਮੈਂ ਕੈਸੇ ਰਹਾ। ਫਿਰ ਜੇ ਗੱਦੀ ਲੈਣੀ ਚਾਹੁੰਦਾ ਫਿਰ ਮੈਂ ਚੁੱਪ ਨਹੀਂ ਰਹਿ ਸਕਦਾ। ਜੇਕਰ ਦੁਆਸ਼ ਹਿਰਦਾ ਨਹਦਹ। ਜੇ ਮੇਰਾ ਹਿਰਦਾ ਈਰਖਾ ਨਾਲ ਸੜ ਰਿਹਾ ਹੈ, ਦੁਆਸ਼ ਨਾਲ, ਤਾਂ ਮੈਂ ਠੰਡਾ ਕਰਾਂਗਾ। ਦੋਹਰਾ ਇਸ ਪ੍ਰਕਾਰ ਕਰ ਕਹਿ ਮਤੋ। ਇਸ ਤਰ੍ਹਾਂ ਦਾ ਮਤਾ ਕਰਕੇ ਬਾਬੇ ਰਾਮ ਰਾਏ ਨੇ ਆਪਣੇ ਮਸੰਦਾਂ ਦੀ ਵੀ ਨਹੀਂ ਮੰਨੀ, ਆਪਣੇ ਮਸੰਦਾਂ ਦੀ ਗੱਲ ਸਿਆਣੀ ਸਲਾਹ ਵੀ ਠੁਕਰਾ ਦਿੱਤੀ ਤੇ ਔਰੰਗੇ ਨਾਲ ਗੱਲਬਾਤ ਕਰਨ ਦੀਆਂ ਤਿਆਰੀਆਂ ਕਰਨ ਲੱਗੇ। ਦ੍ਰਿੜ ਨਿਸ਼ਚਾ ਔਰ ਕੀਨ।
ਮਨ 'ਚ ਨਿਸ਼ਚਾ ਕਰ ਲਿਆ ਬਾਬੇ ਰਾਮ ਰਾਏ ਜੀ ਨੇ ਅਰਜ ਹਕਾਰੋ ਸ਼ਾਹ ਟੇਕ ਕਿ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਜ਼ਰੂਰ ਸੱਦਣਾ, ਬਾਦਸ਼ਾਹ ਕੋਲੋਂ ਹੀ ਸੱਦਾ ਭਿਜਵਾਉਣਾ ਹੈ। ਕਵ ਸੰਤੋਖ ਸਿੰਘ ਜੀ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਅੱਗੇ ਵੇਖੋ ਕਰਤਾਰ ਦੇ ਰੰਗ ਕਿੱਦਾਂ ਦੇ ਵਰਤਣੇ ਆ। ਔਰੰਗੇ ਦੇ ਕੰਨ ਭਰੇਗਾ ਬਾਬਾ ਰਾਮ ਰਾਏ, ਔਰੰਗਾ ਜੈ ਸਿੰਘ ਨੂੰ ਭੇਜੇਗਾ, ਰਾਜਾ ਜੈ ਸਿੰਘ ਸਤਿਗੁਰਾਂ ਨੂੰ ਸੱਦਣ ਵਾਸਤੇ ਆਪਣੇ ਪ੍ਰਧਾਨ ਬੰਦੇ ਭੇਜੇਗਾ ਤੇ ਸਤਿਗੁਰੂ ਜੀ ਦਿੱਲੀ ਨੂੰ ਕਿਵੇਂ ਜਾਣਗੇ, ਕਿੱਦਾਂ ਦੇ ਕੌਤਕ ਕਰਨੇ ਸੀ ਉਹਦਾ ਗੁਰੂ ਹੀ ਜਾਣਦਾ ਸੀ ਵੀ ਕਿਵੇਂ ਗੂੰਗੇ ਤੋਂ ਗੀਤਾ ਦੇ ਅਰਥ ਕਰਾਣੇ ਸੀ ਪੰਜੋਖਰਾ ਸਾਹਿਬ ਦੀ ਧਰਤੀ ਤੇ। ਸੋ ਸਾਧ ਸੰਗਤ ਜੀ, ਅੱਜ ਨਵੇਂ ਸਾਲ ਦੀ ਪੂਰਬ ਸੰਧਿਆ ਤੇ ਜੋ ਦੀਵਾਨ ਸਜ ਰਹੇ ਨੇ ਉਹਦੇ ਵਿੱਚ 9 ਵਜੇ ਤਾਈਂ ਕੀਰਤਨ ਹਰਜਸ ਹੋਣਾ ਹੈ। ਸੰਗਤਾਂ ਇਸੇ ਤਰ੍ਹਾਂ ਹਾਜ਼ਰੀਆਂ ਭਰੋ, ਆਪਣਾ ਜੀਵਨ ਸਫਲਾ ਬਣਾਓ। ਹੇ ਗੋਬਿੰਦ, ਹੇ ਗੋਪਾਲ।